ਪੰਜਾਬੀ ਆਡੀਓ ਬੁੱਕ यूट्यूब ਚੈਨਲ ਸੁਣ ਰਹੇ ਸਾਰੇ ਸਰੋਤਿਆਂ ਨੂੰ ਫਤਿਹ ਅਰਜ਼ ਕਰਦੀ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਤਾਬ ਮਤੇ ਅਨੰਦਪੁਰ ਨਾਲ ਗੱਦਾਰੀ ਅਕਾਲੀਆਂ ਦੀ, ਭਾਗ 6ਵਾਂ, ਪੰਨਾ ਨੰਬਰ 100। ਰਾਜਨੀਤਿਕ ਧੋਖਾ ਨੰਬਰ 35। ਸ਼੍ਰੋਮਣੀ ਅਕਾਲੀ ਦਲ ਦਾ ਵਿਚਾਰ ਹੈ ਕਿ ਹਰ ਇਸਤਰੀ ਪੁਰਸ਼ ਲਈ ਜਿਸ ਨੂੰ ਕਿਸੇ ਇਖਲਾਕੀ ਜੁਰਮ ਵਿੱਚ ਅਦਾਲਤ ਵੱਲੋਂ ਕੋਈ ਸਜ਼ਾ ਨਾ ਦਿੱਤੀ ਗਈ ਹੋਵੇ, ਛੋਟੇ ਸ਼ਸਤਰ, ਰਿਵਾਲਵਰ, ਬੰਦੂਕ ਤਥਾ ਪਿਸਤੌਲ, ਰਾਈਫਲ ਤੇ ਕਾਰਬਾਈਨ ਤੇ ਸਮਾਲ ਆਰਮਜ਼ ਆਦਿਕ ਰੱਖਣ ਦੀ ਪੂਰੀ ਖੁੱਲ੍ਹ ਹੋਵੇ ਤੇ ਕੋਈ ਲਾਇਸੈਂਸ ਲੈਣ ਦੀ ਲੋੜ ਨਾ ਹੋਵੇ, ਕੇਵਲ ਰਜਿਸਟ੍ਰੇਸ਼ਨ ਕਾਫੀ ਸਮਝੀ ਜਾਵੇ। ਮੈਂ ਇਸ ਮੰਗ ਸੰਬੰਧੀ ਪਹਿਲਾਂ ਇਹ ਸਪਸ਼ਟ ਕਰ ਦਿਆਂ ਕਿ ਇਹ ਮਾਮਲਾ ਭਾਰਤ ਦੇ ਸੰਵਿਧਾਨ ਅਧੀਨ ਭਾਰਤ ਦੇ ਸੂਬਾਈ ਸਰਕਾਰਾਂ ਦੇ ਅਖਤਿਆਰ ਖੇਤਰ ਵਿੱਚ ਆਉਂਦਾ ਹੈ। ਇਹ ਸੂਬੇ ਦੇ ਮੁੱਖ ਮੰਤਰੀ ਅਤੇ ਉਸ ਦੀ ਸਰਕਾਰ ਨੇ ਵੇਖਣਾ ਹੈ ਕਿ ਉਹ ਇਸ ਸੰਬੰਧੀ ਆਪਣੇ ਸੂਬੇ ਦੀ ਕੀ ਅਸਲਾ ਪਾਲਿਸੀ ਬਣਾਉਣਾ ਚਾਹੁੰਦੇ ਹਨ। ਉਹ ਜੋ ਵੀ ਅਸਲਾ ਪਾਲਿਸੀ ਚਾਹੁਣ ਉਸ ਲਈ ਉਹਨਾਂ ਨੂੰ ਸੰਵਿਧਾਨਕ ਤੌਰ ਤੇ ਆਪੋ ਆਪਣੇ ਸੂਬੇ ਦੇ ਅਖਤਿਆਰ ਖੇਤਰ ਵਿੱਚ ਪੂਰਨ ਸੁਤੰਤਰਤਾ ਹੈ। ਇਸ ਲਈ ਇਸ ਮੰਗ ਨੂੰ ਵੀ ਪੂਰਾ ਕਰਨ ਦਾ ਸੰਵਿਧਾਨਕ, ਰਾਜਸੀ, ਪ੍ਰਸ਼ਾਸਨਿਕ ਅਤੇ ਵਿਧਾਨਕ ਫਰਜ਼ ਪੰਜਾਬ ਸਰਕਾਰ ਦਾ ਹੀ ਹੈ। ਹੁਣ ਜਦ ਅਕਾਲੀ ਦਲ ਆਪਣਾ ਇਹ ਪਾਲਿਸੀ ਪ੍ਰੋਗਰਾਮ ਅਤੇ ਉਸ ਤੋਂ ਵੀ ਵੱਧ ਅਨੰਦਪੁਰ ਸਾਹਿਬ ਮਤੇ ਵਿੱਚ ਇਸ ਨੂੰ ਪੰਜਾਬ ਦੇ ਲੋਕਾਂ ਨਾਲ ਪੂਰਾ ਕੀਤਾ ਜਾਣ ਵਾਲਾ ਆਪਣਾ ਰਾਜਸੀ ਪ੍ਰੋਗਰਾਮ ਅਤੇ ਇਕਰਾਰ ਦੀ ਮੱਦ ਨੰਬਰ 6 ਬਣਾ ਕੇ ਧਰਮ ਯੁੱਧ ਮੋਰਚੇ ਰਾਹੀਂ ਸਹੁੰ ਪੱਤਰ ਵਿੱਚ ਸ਼ਾਮਲ ਕਰਕੇ ਪੰਜਾਬ ਦੇ ਸ਼ਹਿਰੀਆਂ ਅਤੇ ਵੋਟਰਾਂ ਨਾਲ ਇਸ ਨੂੰ ਪੂਰਾ ਕਰਨ ਦਾ ਵਾਅਦਾ ਕੀਤਾ ਹੋਇਆ ਹੈ, ਤਾਂ ਵਿਚਾਰਨ ਵਾਲਾ ਵਿਸ਼ਾ ਇਹ ਹੈ ਕਿ ਅਨੰਦਪੁਰ ਸਾਹਿਬ ਦਾ ਮਤਾ ਪਾਸ ਕਰਨ ਤੋਂ ਬਾਅਦ ਵਰਤਮਾਨ ਵਿੱਚ 5ਵੀਂ ਅਕਾਲੀ ਸਰਕਾਰ ਪੰਜਾਬ ਵਿੱਚ ਸੱਤਾ ਵਿੱਚ ਆ ਚੁੱਕੀ ਹੈ। ਇਤਨਾ ਹੀ ਨਹੀਂ, ਸ਼੍ਰੀ ਪ੍ਰਕਾਸ਼ ਸਿੰਘ ਬਾਦਲ ਖੁਦ ਚੌਥੀ ਵਾਰ ਮੁੱਖ ਮੰਤਰੀ ਸਿਰਫ ਅਨੰਦਪੁਰ ਸਾਹਿਬ ਮਤਾ ਪਾਸ ਹੋਣ ਤੋਂ ਬਾਅਦ ਬਣ ਕੇ ਪੰਜਾਬ ਸਰਕਾਰ ਚਲਾ ਰਹੇ ਹਨ। ਉਹਨਾਂ ਨੇ ਅੱਜ ਤੱਕ ਛੋਟੇ ਹਥਿਆਰ ਰੱਖਣ ਤੇ ਪਾਬੰਦੀ ਕਿਉਂ ਰੱਖੀ ਹੋਈ ਹੈ? ਇਸ ਮੰਗ ਨੂੰ ਪੂਰਾ ਕਰਨ ਲਈ ਅਕਾਲੀ ਸਰਕਾਰ ਛੋਟੇ ਹਥਿਆਰ ਬਿਨਾਂ ਲਾਇਸੈਂਸ ਰੱਖਣ ਦਾ ਕਾਨੂੰਨ ਕਿਉਂ ਨਹੀਂ ਬਣਾਉਂਦੀ? ਹੁਣ ਕੀ ਇਸ ਲਈ ਭਾਰਤ ਸਰਕਾਰ ਨੂੰ ਦੋਸ਼ੀ ਕਰਾਰ ਦਿੱਤਾ ਜਾ ਸਕਦਾ ਹੈ, ਜਿਵੇਂ ਕਿ ਅਕਾਲੀ ਦਲ ਹਮੇਸ਼ਾ ਹੀ ਭਰਮ ਪੈਦਾ ਕਰਕੇ ਸਿੱਖਾਂ ਨੂੰ ਧੋਖਾ ਦਿੰਦਾ ਚਲਾ ਆ ਰਿਹਾ ਹੈ? ਕਿ ਅਕਾਲੀ ਵਿਧਾਇਕਾਂ, ਸੰਸਦੀ ਪਾਰਟੀ ਅਤੇ ਉਹਨਾਂ ਦੇ ਸੱਤਾਧਾਰੀ ਮੁੱਖ ਮੰਤਰੀ ਇਸ ਦਾ ਕੋਈ ਜਵਾਬ ਦੇ ਸਕਦੇ ਹਨ? ਪੰਜਾਬ ਦੇ ਉਹਨਾਂ ਲੋਕਾਂ ਨੂੰ ਤਾਂ ਇਸ ਦਾ ਜਵਾਬ ਅਵੱਸ਼ ਮੰਗਣਾ ਚਾਹੀਦਾ ਹੈ ਜਿਨ੍ਹਾਂ ਨੇ ਅਕਾਲੀ ਦਲ ਲਈ ਧਰਮ ਯੁੱਧ ਮੋਰਚੇ ਵਿੱਚ ਭਾਗ ਲਿਆ ਅਤੇ 5 ਲੱਖ ਤੋਂ ਵੱਧ ਗ੍ਰਿਫਤਾਰੀਆਂ ਦਿੱਤੀਆਂ, ਹਜ਼ਾਰਾਂ ਦੀ ਗਿਣਤੀ ਵਿੱਚ ਟੱਬਰ ਉਜੜੇ ਅਤੇ ਉਹਨਾਂ ਦੇ ਕਮਾਊ ਪੁੱਤ, ਪਿਤਾ ਜਾਂ ਦਾਦਾ ਸ਼ਹੀਦ ਕਰਵਾਏ ਗਏ। ਮੇਰੀ ਸਿੱਧੀ ਸਾਦੀ ਕਲਮ ਨੂੰ ਤਾਂ ਇਹ ਲੋਕ ਵੀ ਜਿਹੜੇ ਆਪੋ ਆਪਣਾ ਪੱਲੇ ਦਾ ਸਭ ਕੁਝ ਪੰਥ ਦੇ ਨਾਮ ਤੇ ਗਵਾ ਕੇ ਵੀ ਅਕਾਲੀਆਂ ਦੀ ਅਜਿਹੀ ਗੱਦਾਰੀ ਅਤੇ ਬੇਵਫਾਈ ਤੇ ਜਦੋਂ ਇੱਕ ਚੁੱਪ ਤੇ 100 ਸੁੱਖ ਵਾਲੀ ਮੀਸਨੀ ਪਾਲਿਸੀ ਅਪਣਾ ਲੈਂਦੇ ਹਨ ਤਾਂ ਉਤਨੇ ਹੀ ਦੋਸ਼ੀ ਲੱਗਦੇ ਹਨ ਜਿਤਨਾ ਅਕਾਲੀ ਦਲ ਤੇ ਉਸ ਦੀ ਲੀਡਰਸ਼ਿਪ। ਉਹਨਾਂ ਕੁਰਬਾਨੀ ਵਾਲੇ ਸਿੱਖਾਂ ਦੀ ਅਜਿਹੀ ਚੁੱਪੀ ਹੀ ਮੁੱਖ ਕਾਰਨ ਅਤੇ ਕਾਰਕ ਬਣ ਜਾਂਦੀ ਹੈ ਅਕਾਲੀ ਦਲ ਵੱਲੋਂ ਪੰਥ ਅਤੇ ਕੌਮ ਨਾਲ ਕੀਤੇ ਜਾਣ ਵਾਲੇ ਧੋਖੇ ਅਤੇ ਗੱਦਾਰੀ ਦਾ। ਇਹ ਗੱਲ ਜਿਤਨੀ ਜਲਦੀ ਸਿੱਖ ਆਵਾਮ ਨੂੰ ਸਮਝ ਆ ਜਾਵੇਗੀ ਉਤਨੀ ਜਲਦੀ ਹੀ ਕੌਮੀ ਮੁਫਾਦ ਅਤੇ ਪੰਥ ਦਾ ਭਲਾ ਹੋਣਾ ਸ਼ੁਰੂ ਹੋ ਜਾਵੇਗਾ। ਹੁਣ ਇਹ ਸਭ ਕਰਨਾ ਸਿੱਖ ਆਵਾਮ ਅਤੇ ਵੋਟਰਾਂ ਤੇ ਨਿਰਭਰ ਕਰਦਾ ਹੈ, ਕਿਸੇ ਜਮਾਤ ਤੇ ਨਹੀਂ। ਇਸੇ ਸਬੰਧ ਵਿੱਚ ਇੱਕ ਅਚੰਭਤ ਕਰ ਦੇਣ ਵਾਲਾ ਸੱਚ ਹੋਰ ਮੈਂ ਪਾਠਕਾਂ ਦੇ ਸਨਮੁਖ ਰੱਖਣਾ ਚਾਹੁੰਦਾ ਹਾਂ ਤਾਂ ਜੋ ਸੱਚੋ ਸੱਚ ਹਾਲਾਤ ਅਤੇ ਰਾਜ ਦੀ ਪਾਲਿਸੀ ਦਾ ਉਹਨਾਂ ਨੂੰ ਅਨੁਮਾਨ ਲੱਗ ਸਕੇ। ਜਿਹੜਾ ਅਕਾਲੀ ਦਲ ਛੋਟੇ ਸ਼ਸਤਰ, ਰਿਵਾਲਵਰ, ਬੰਦੂਕ ਤਥਾ ਪਿਸਤੌਲ, ਰਾਈਫਲ ਤੇ ਕਾਰਬਾਈਨ ਬਿਨਾਂ ਲਾਇਸੈਂਸ ਆਮ ਆਦਮੀ ਵੱਲੋਂ ਰੱਖਣ ਦੀ ਖੁੱਲ੍ਹ ਦੇਣ ਦੀ ਗੱਲ ਕਰਦਾ ਹੈ, ਉਹੀ ਅਕਾਲੀ ਦਲ ਅਤੇ ਅਕਾਲੀ ਸਰਕਾਰ ਪੰਜਾਬ ਵਿੱਚ ਸਿੱਖਾਂ ਦਾ ਧਾਰਮਿਕ ਚਿੰਨ੍ਹ ਕਿਰਪਾਨ ਦੀ ਫੈਕਟਰੀ ਲਾਉਣ ਲਈ ਵੀ ਲਾਇਸੈਂਸ ਪ੍ਰਣਾਲੀ ਨੂੰ ਲਾਗੂ ਕਰਦਾ ਹੈ। ਇਤਨਾ ਹੀ ਨਹੀਂ, ਅਕਾਲੀ ਸਰਕਾਰ ਨੇ ਗਾਤਰੇ ਪਾਈ ਜਾਣ ਵਾਲੀ ਛੋਟੀ ਕਿਰਪਾਨ ਨੂੰ ਵੀ ਤਿੱਖੀ ਧਾਰ ਲਾਉਣ ਤੋਂ ਮਨਾਹੀ ਕੀਤੀ ਹੋਈ ਹੈ ਅਤੇ ਅਜਿਹਾ ਕਰਨ ਵਾਲੇ ਤੇ ਅਪਰਾਧਿਕ ਮਾਮਲਾ ਦਰਜ ਕੀਤਾ ਜਾਂਦਾ ਹੈ। ਪਾਠਕ ਕਦੇ ਵੀ ਇਸ ਸੱਚ ਨੂੰ ਪਰਤਾਉਣ ਲਈ ਸ੍ਰੀ ਦਰਬਾਰ ਸਾਹਿਬ ਦੇ ਹੀ ਬਾਹਰ ਜਾਂ ਸ਼੍ਰੋਮਣੀ ਕਮੇਟੀ ਦੀ ਹੀ ਦੁਕਾਨ ਤੋਂ ਛੋਟੀ ਕਿਰਪਾਨ ਤਿੱਖੀ ਧਾਰ ਵਾਲੀ ਮੰਗ ਕੇ ਸੱਚ ਤੇ ਕੱਚ ਦਾ ਨਿਤਾਰਾ ਆਪ ਕਰ ਸਕਦੇ ਹਨ। ਇਹ ਉਹ ਅਕਾਲੀ ਹਨ ਜਿਨ੍ਹਾਂ ਸਿੱਖੀ ਦੀ ਆਨ,
ਸ਼ਾਨ ਕਿਰਪਾਨ ਨੂੰ ਵੀ ਆਪਣੀ ਸੱਤਾ ਦੇ ਰਾਜ-ਕਾਜ ਵਿੱਚ ਖੁੰਡੀ ਬਣਾ ਕੇ ਰੱਖ ਦਿੱਤਾ ਹੈ। ਪੰਥ ਦਾ ਅਕਾਲ ਤਖਤ ਤੇ ਪੰਜ ਸਿੰਘ ਸਾਹਿਬਾਨ ਸਭ ਅਪਰਾਧੀ ਚੁੱਪਧਾਰੀ ਬਣੇ ਹੋਏ ਹਨ। ਇਹ ਅਕਾਲੀ ਸਰਕਾਰ ਦੀ ਅਤੇ ਅਕਾਲੀ ਦਲ ਦੀ ਅਸਲ ਵਿਵਹਾਰਕ ਸੱਤਾ ਦਾ ਹਕੀਕੀ ਪਸਾਰਾ ਹੈ ਜੋ ਸਿੱਖਾਂ ਨੂੰ ਅਤੇ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾ ਕੇ ਦਿੱਤੀ ਜਾ ਰਹੀ ਹੈ। ਰਾਜਨੀਤਕ ਧੋਖਾ ਨੰਬਰ 36। ਅਕਾਲੀ ਦਲ ਵੱਲੋਂ ਖਾਸ ਕਰਕੇ ਸਿੱਖੀ ਨਾਲ ਅਤੇ ਪੰਜਾਬ ਦੀ ਵਸੋਂ ਨਾਲ ਆਮ ਕਰਕੇ ਹੱਦੋਂ ਵੱਧ ਦੁਸ਼ਮਣੀ ਇਹ ਨਿਭਾਈ ਗਈ ਹੈ ਕਿ 90% ਪੰਜਾਬ ਦੀ ਵਸੋਂ ਨੂੰ ਨਸ਼ਈ, ਵੇਲੜ ਅਤੇ ਆਦੀ ਬਣਾ ਕੇ ਰੱਖ ਦਿੱਤਾ ਹੈ। ਇਹ ਉਹੀ ਅਕਾਲੀ ਦਲ ਹੈ ਜਿਹੜਾ ਇਹ ਕਹਿੰਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਸ਼ਰਾਬ ਤੇ ਹੋਰ ਨਸ਼ਿਆਂ ਦੀ ਮਨਾਹੀ ਚਾਹੁੰਦਾ ਹੈ ਅਤੇ ਪਬਲਿਕ ਥਾਵਾਂ ਤੇ ਨਸ਼ਿਆਂ ਦੀ ਵਰਤੋਂ ਤੇ ਤਮਾਕੂ ਪੀਣ ਦੀ ਮਨਾਹੀ ਦਾ ਮੁੱਦਈ ਹੈ ਅਤੇ ਇਸ ਤੇ ਪਾਬੰਦੀ ਲਈ ਯਤਨ ਕਰੇਗਾ। ਇਹ ਅਰਦਾਸ ਅਤੇ ਵਾਅਦਾ ਕਰਨ ਵਾਲਾ ਅਕਾਲੀ ਦਲ ਪੰਜਾਬ ਵਿੱਚ ਆਪਣੇ ਰਾਜਕਾਲ ਦੇ ਪਹਿਲੇ 5 ਸਾਲਾਂ ਵਿੱਚ ਹੀ ਸਰਕਾਰੀ ਪੱਧਰ ਤੇ ਨਸ਼ਾ ਦੁੱਗਣਾ ਵਧਾਉਂਦਾ ਹੈ। ਇਤਨਾ ਹੀ ਨਹੀਂ, ਆਪਣੇ ਜ਼ਿਲ੍ਹਾ ਜਥੇਦਾਰਾਂ ਅਤੇ ਅੰਮ੍ਰਿਤਧਾਰੀ ਲੀਡਰਾਂ, ਪੋਸਟ ਹੋਲਡਰਾਂ ਅਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਗੈਰ ਕਾਨੂੰਨੀ ਢੰਗ ਨਾਲ ਨਸ਼ਿਆਂ ਦਾ ਵਪਾਰ ਕਰਨ ਦੀ ਖੁੱਲ੍ਹੀ ਛੂਟ ਦਿੰਦਾ ਹੈ। ਸ਼ਰਾਬ ਦੇ ਡੰਪ ਅਤੇ ਥੋਕ ਦਾ ਵਪਾਰ ਕਰਨ ਦੇ ਅਧਿਕਾਰ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ, ਖੁਦ ਆਬਕਾਰੀ ਮੰਤਰੀ, ਮੁੱਖ ਮੰਤਰੀ ਦਾ ਜਵਾਈ ਨਾਲ ਮਿਲ ਕੇ ਅਕਾਲੀ ਦਲ ਦੇ ਪਹਿਲੀ ਦੂਜੀ ਕਤਾਰ ਦੇ ਲੀਡਰਾਂ ਨੂੰ ਵੰਡਦੇ ਹਨ। ਜਿਸ ਅਨੰਦਪੁਰ ਸਾਹਿਬ ਦੇ ਮਤੇ ਵਿੱਚ ਨਸ਼ਿਆਂ ਤੇ ਪਾਬੰਦੀ ਲਾਉਣ ਦਾ ਮਤਾ ਸਰਬਸੰਮਤੀ ਨਾਲ ਪਾਸ ਕਰਕੇ ਸਰਕਾਰ ਨੂੰ ਲਾਗੂ ਕਰਨ ਹਿੱਤ ਖੁਦ ਅਕਾਲੀ ਦਲ ਕਹਿੰਦਾ ਰਿਹਾ ਹੈ, ਉਹੀ ਅਕਾਲੀ ਦਲ ਜਦ ਪੰਜਾਬ ਵਿੱਚ ਆਪ ਸਰਕਾਰ ਬਣਾਉਂਦਾ ਹੈ ਤਾਂ ਇਸ ਅਨੰਦਪੁਰ ਸਾਹਿਬ ਦੇ ਮਤੇ ਨੂੰ ਆਪਣੀ ਜੁੱਤੀ ਥੱਲੇ ਇੰਜ ਮਸਲਦਾ ਹੈ ਜਿਵੇਂ ਨਾਜ਼ੀ ਮਨੁੱਖਤਾ ਦਾ ਘਾਣ ਕਰਨ ਲਈ ਗੈਸ ਚੈਂਬਰਾਂ ਦਾ ਇਸਤੇਮਾਲ ਕਰਦਾ ਹੈ। ਇਸ ਦੀ ਮੂੰਹ ਬੋਲਦੀ ਸੱਚਾਈ ਇਹ ਹੈ ਕਿ ਅਕਾਲੀ ਸਰਕਾਰ ਵਿੱਚ ਨਸ਼ਿਆਂ ਦੀ ਖਪਤ ਵਿੱਚ ਲਗਾਤਾਰ ਵਾਧਾ ਹੋਇਆ ਹੈ। ਭਾਰਤ ਸਰਕਾਰ ਦੇ ਆਡੀਟਰ ਜਨਰਲ ਨੇ ਆਪਣੀ ਰਿਪੋਰਟ ਵਿੱਚ ਕੁਝ ਸਨਸਨੀਖੇਜ਼ ਪ੍ਰਗਟਾਵੇ ਕੀਤੇ ਹਨ। ਇਹ ਉਹ ਸੁਤੰਤਰ ਸੰਵਿਧਾਨਕ ਸੰਸਥਾ ਹੈ ਜੋ ਭਾਰਤ ਸਰਕਾਰ ਸਮੇਤ ਸਾਰੀਆਂ ਰਾਜ ਸਰਕਾਰਾਂ ਦੇ ਹਿਸਾਬ ਕਿਤਾਬ ਅਤੇ ਆਮਦਨ ਖਰਚ ਉੱਪਰ ਸਖਤ ਨਿਗਰਾਨੀ ਰੱਖਦੀ ਹੈ ਤੇ ਇਸ ਨੂੰ ਚੈੱਕ ਕਰਦੀ ਹੈ, ਜਿਸ ਦੇ ਨਤੀਜਿਆਂ ਨੂੰ ਅੱਜ ਤੱਕ ਕਿਸੇ ਨੇ ਵੀ ਗਲਤ ਨਹੀਂ ਕਿਹਾ ਹੈ। ਪੰਜਾਬ ਵਿੱਚ ਸ਼ਰਾਬ ਦੀ ਖਪਤ, ਇਸ ਤੋਂ ਪੰਜਾਬ ਦੀ ਅਕਾਲੀ ਸਰਕਾਰ ਨੂੰ ਹੋ ਰਹੀ ਆਮਦਨ ਅਤੇ ਉਸ ਦੇ ਪੈ ਰਹੇ ਅਸਰ ਤੇ ਇਸ ਸੰਸਥਾ ਨੇ ਚੌਕੰਨੇ ਕਰ ਦੇਣ ਵਾਲੇ ਭਿਆਨਕ ਤੱਥ ਸਾਹਮਣੇ ਲਿਆਂਦੇ ਹਨ। ਕੰਟਰੋਲਰ ਜਨਰਲ ਆਫ ਇੰਡੀਆ ਜਾਂ ਭਾਰਤ ਦਾ ਮਹਾਲੇਖਾ ਅਧਿਕਾਰੀ ਆਪਣੀ ਰਿਪੋਰਟ ਵਿੱਚ ਲਿਖਦਾ ਹੈ ਕਿ 2005 ਤੋਂ 2011 ਦੇ ਸਮੇਂ ਵਿਚਕਾਰ ਪੰਜਾਬ ਵਿੱਚ 59.2% ਸ਼ਰਾਬ ਪੀਣ ਦੀ ਖਪਤ ਵਿੱਚ ਵਾਧਾ ਦਰਜ ਕੀਤਾ ਗਿਆ ਹੈ, ਜੋ ਸਾਰੇ ਦੇਸ਼ ਵਿੱਚ ਸਭ ਤੋਂ ਵੱਧ ਹੈ। ਇਸ ਦਾ ਸਿੱਧਾ ਅਰਥ ਹੈ ਕਿ 2005 ਅਤੇ ਮੌਜੂਦਾ ਅਕਾਲੀ ਸਰਕਾਰ ਦੇ ਪਿਛਲੇ 5 ਸਾਲਾਂ ਵਿੱਚ ਜਿਹੜੇ ਪੰਜਾਬੀ ਸਾਲ ਦੀ 660 ਲੱਖ ਪ੍ਰੂਫ ਲੀਟਰ ਸ਼ਰਾਬ ਪੀਂਦੇ ਸਨ, ਉਹ ਅਕਾਲੀ ਸਰਕਾਰ ਦੇ ਉਪਰੋਕਤ ਕੀਤੇ ਅਨੰਦਪੁਰ ਸਾਹਿਬ ਮਤੇ ਵਿਚਲੇ ਵਾਅਦੇ ਨਾਲ ਕੀਤੀ ਗੱਦਾਰੀ ਸਦਕਾ 2011 ਆਉਂਦੇ 1173 ਲੱਖ ਪ੍ਰੂਫ ਲੀਟਰ ਸ਼ਰਾਬ ਪੀਣ ਲੱਗ ਗਏ ਹਨ। ਇਸ ਦਾ ਸਪਸ਼ਟ ਅਰਥ ਇਹ ਹੈ ਕਿ ਵਰਤਮਾਨ ਪੰਜਾਬ ਦੀ ਆਬਾਦੀ ਦੇ ਦਿੱਤੇ ਨਵੇਂ ਅੰਕੜਿਆਂ ਮੁਤਾਬਕ ਪੰਜਾਬ ਦੀ 2,47,04,236 ਦੀ ਆਬਾਦੀ ਵਿੱਚੋਂ 1,46,34,819 ਮਰਦ ਅਤੇ 1,30,69,417 ਔਰਤਾਂ ਹਨ। ਇਹਨਾਂ ਵਿੱਚੋਂ 18 ਸਾਲ ਦੇ ਉੱਪਰਲੇ ਬਾਲਗ ਮਰਦ 93,22,545 ਅਤੇ ਬਾਲਗ ਔਰਤਾਂ ਦੀ ਗਿਣਤੀ 83,61,014 ਹੈ। ਬਾਕੀ ਆਬਾਦੀ ਨਾਬਾਲਗ ਹੈ। ਇਹ ਬਾਲਗ ਆਬਾਦੀ ਜਿਸ ਨੂੰ ਕਾਨੂੰਨੀ ਤੌਰ ਤੇ ਸ਼ਰਾਬ ਵੇਚਣ ਦਾ ਤੇ ਪੀਣ ਦਾ ਅਧਿਕਾਰ ਹੈ, ਪੰਜਾਬੀ ਮਰਦ ਅਤੇ ਔਰਤਾਂ ਮਿਲ ਮਿਲਾ ਕੇ ਸਾਲ ਦੀ ਲਗਭਗ 31 ਕਰੋੜ ਸ਼ਰਾਬ ਦੀਆਂ 750 ਮਿਲੀਲੀਟਰ ਵਾਲੀਆਂ ਬੋਤਲਾਂ ਗੜੁੱਚ ਜਾਂਦੇ ਹਨ। ਧਿਆਨ ਰੱਖਣ ਵਾਲੀ ਗੱਲ ਇਹ ਵੀ ਹੈ ਕਿ ਇਸ ਔਸਤ ਵਿੱਚ ਉਹ ਸਭ ਵੀ ਆ ਜਾਂਦੇ ਹਨ ਜਿਹੜੇ ਸ਼ਰਾਬ ਜਾਂ ਨਸ਼ਿਆਂ ਦਾ ਉੱਕਾ ਹੀ ਸੇਵਨ ਨਹੀਂ ਕਰਦੇ ਹਨ। ਮੌਜੂਦਾ ਅਕਾਲੀ ਭਾਜਪਾ ਦੀ ਪੰਜਾਬ ਸਰਕਾਰ ਦੀ ਆਬਕਾਰੀ ਨੀਤੀ ਵਿੱਚ ਇਸ ਖਪਤ ਨੂੰ ਹਰ ਸਾਲ 20% ਹੋਰ ਵਧਾਉਣ ਦੀ ਗੱਲ ਕਹੀ ਗਈ ਹੈ।
जिस अनुसार हुण साल 2013 ਵਿੱਚ इस ਵਿੱਚ 40% ਦਾ ਵਾਧਾ दर्ज हो चुका है। पंजाब सरकारी तौर ते ਅਤੇ सरकार ਵੱਲੋਂ ਵੇਚੇ ਜਾਂਦੇ नशे ਦੇ आधार ਤੇ शराब ਵਿੱਚ डुੱਬ चुका है। 2.5 ਕਰੋੜ ਦੀ ਆਬਾਦੀ ਵਿੱਚੋਂ ਬਾਲਗ ਮਰਦਾਂ ਦੀ ਲਗਭਗ 1 ਕਰੋੜ ਆਬਾਦੀ 32 ਕਰੋੜ ਬੋਤਲਾਂ ਸ਼ਰਾਬ ਦੀਆਂ ਪੀ ਜਾਂਦੀ ਹੈ। ਇਹ ਅਕਾਲੀ ਦਲ ਦਾ ਸ਼ਰਾਬਬੰਦੀ ਦਾ ਕੀਤਾ ਵਾਅਦਾ ਹੈ। ਇੱਕ ਹੋਰ ਸਰਵੇ ਮੁਤਾਬਕ ਪੰਜਾਬ ਦੀ ਕੁੱਲ ਆਬਾਦੀ ਦਾ ਲਗਭਗ 26% ਸ਼ਹਿਰੀ ਜਾਨਲੇਵਾ ਹੈਰੋਇਨ, ਸਮੈਕ, ਬਰਾਊਨ ਸ਼ੂਗਰ ਆਦਿ ਨਸ਼ਿਆਂ ਦਾ ਗੁਲਾਮ ਅਤੇ ਆਦੀ ਬਣ ਚੁੱਕਿਆ ਹੈ, ਅਰਥਾਤ ਐਡਿਕਟ ਬਣਾਇਆ ਜਾ ਚੁੱਕਾ ਹੈ। ਅਕਾਲੀ ਭਾਜਪਾ ਸਰਕਾਰ ਵੱਲੋਂ ਹਾਲਾਤ ਇੱਥੋਂ ਤੱਕ ਪਹੁੰਚਾਏ ਜਾ ਚੁੱਕੇ ਹਨ ਕਿ ਪੰਜਾਬ ਦੀਆਂ ਸਾਰੀਆਂ ਹੀ ਜੇਲ੍ਹਾਂ ਵਿੱਚ ਨਸ਼ਾ ਆਮ ਕਰਕੇ ਵਿਕਦਾ ਹੈ ਅਤੇ ਆਦੀ ਕੈਦੀ ਕਦੇ ਨਸ਼ੇ ਦੇ ਨਾ ਮਿਲਣ ਕਰਕੇ ਜੇਲ੍ਹ ਵਿੱਚ ਹੀ ਮਰ ਨਾ ਜਾਣ, ਇਸ ਲਈ ਗੈਰ ਕਾਨੂੰਨੀ ਢੰਗ ਨਾਲ ਸਭ ਦੀ ਜਾਣਕਾਰੀ ਵਿੱਚ ਹੁੰਦੇ ਹੋਏ ਇਹ ਖੁੱਲ੍ਹ ਦਿੱਤੀ ਜਾਂਦੀ ਹੈ। ਹਾਲਾਤ ਇੱਥੋਂ ਤੱਕ ਪਹੁੰਚਾ ਦਿੱਤੇ ਗਏ ਹਨ ਕਿ ਖੁਦ ਸੱਤਾਧਾਰੀ ਧਿਰ ਦੇ ਲੀਡਰਾਂ ਪਾਸ ਜੇਲ੍ਹ ਵਿੱਚ ਨਸ਼ਾ ਸਪਲਾਈ ਕਰਨ ਦੇ ਗੈਰ ਕਾਨੂੰਨੀ ਧੰਦੇ ਦੇ ਅਧਿਕਾਰ ਗੁਪਤ ਤੌਰ ਤੇ ਕੀਤੇ ਜਾਂਦੇ ਸੌਦਿਆਂ ਰਾਹੀਂ ਨਿਲਾਮ ਕੀਤੇ ਜਾਂਦੇ ਹਨ, ਜਿਸ ਦੇ ਰੇਟ ਸੱਟੇ ਦੇ ਧੰਦੇ ਵਾਂਗ ਹੀ ਚੰਡੀਗੜ੍ਹ ਦੇ ਗਲਿਆਰਿਆਂ ਤੋਂ ਖੁੱਲ੍ਹਦੇ ਹਨ। ਪਾਠਕ ਜਨ ਕਦੇ ਵੀ ਸੱਚਾਈ ਨੂੰ ਪਰਖਣ ਲਈ ਮੇਰੀ ਇਸ ਤਜਵੀਜ਼ ਜਾਂ ਸਲਾਹ ਤੇ ਅਮਲ ਕਰਕੇ ਸੱਚ ਪਰਤਾ ਸਕਦੇ ਹਨ। ਅਕਾਲੀ ਸਰਕਾਰ ਨੇ ਸਮਾਜਿਕ ਨਿਘਾਰ ਦੇ ਹਾਲਾਤ ਇਸ ਕਦਰ ਰਸਾਤਲ ਵਿੱਚ ਧੁੱਸ ਦਿੱਤੇ ਹਨ ਕਿ ਤੁਸੀਂ ਕਿਸੇ ਵੀ ਐਡਿਕਟ ਦੋਸ਼ੀ ਨੂੰ ਕਿਸੇ ਵੀ ਥਾਣੇ ਵਿੱਚ ਬੰਦੀ ਬਣਵਾਓ ਅਤੇ ਉਸ ਨੂੰ 2 ਰਾਤਾਂ ਲਈ ਥਾਣੇ ਦੀ ਹਵਾਲਾਤ ਦੀ ਹਵਾ ਖੁਆਉਣ ਲਈ ਨਸ਼ਿਆਂ ਦਾ ਇਹ ਵਪਾਰ ਰੋਕਣ ਦੀ ਜ਼ਿੰਮੇਵਾਰ ਸੰਸਥਾ ਪੁਲਿਸ ਨੂੰ ਮਜਬੂਰ ਕਰੋ ਤਾਂ ਤੁਹਾਨੂੰ ਥਾਣੇਦਾਰ ਆਮ ਕਰਕੇ ਕਹਿੰਦਾ ਮਿਲੇਗਾ ਕਿ ਅਸੀਂ ਇਸ ਨੂੰ ਨਸ਼ਾ ਕਿੱਥੋਂ ਕਰਵਾਵਾਂਗੇ, ਬਾਈ ਜੀ ਇਸ ਨੂੰ ਸਵੇਰੇ ਲੈ ਆਉਣਾ। ਕਿਉਂ? ਇਸ ਲਈ ਕਿ ਉਹ ਨਾਲ ਦੇ ਨਾਲ ਪਰਚਾ ਕੱਟ ਕੇ ਉਸ ਨੂੰ ਤੁਰਤ ਜੇਲ੍ਹ ਵਿੱਚ ਭੇਜਣ ਦਾ ਪ੍ਰਬੰਧ ਕਰ ਸਕੇ। ਜੇ ਉਹ ਥਾਣੇ ਵਿੱਚ ਬਿਨਾਂ ਨਸ਼ੇ ਤੋਂ 1 ਦਿਨ ਨਹੀਂ ਰਹਿ ਸਕਦਾ ਤਾਂ ਉਹ ਜੇਲ੍ਹ ਵਿੱਚ ਲੰਮੇ ਸਮੇਂ ਤੱਕ ਕਿਵੇਂ ਰਹਿ ਸਕੇਗਾ? ਸਪਸ਼ਟ ਹੈ ਕਿ ਉੱਥੇ ਉਸ ਨੂੰ ਜਿਉਂਦਾ ਰੱਖਣ ਲਈ ਨਸ਼ਾ ਮੁਹੱਈਆ ਕਰਵਾਇਆ ਜਾਏਗਾ। ਇਹ ਸਾਡੇ ਸਭ ਦੇ ਸਾਹਮਣੇ ਵਾਪਰਦਾ ਰੋਜ਼ਾਨਾ ਦਾ ਸੱਚ ਹੈ, ਪਰ ਹਰ ਪੰਜਾਬੀ ਨੇ ਆਪਣੀਆਂ ਅੱਖਾਂ ਮੀਟੀਆਂ ਹੋਈਆਂ ਹਨ। ਸਾਰੀਆਂ ਹੀ ਸਿਆਸੀ ਪਾਰਟੀਆਂ, ਪਰ ਖਾਸ ਕਰ ਅਕਾਲੀਆਂ ਅਤੇ ਭਾਜਪਾਈਆਂ ਦੇ, ਜਾਂ ਕਹਿ ਲਵੋ ਕਿ ਜਿਹੜੀ ਵੀ ਧਿਰ ਰਾਜ ਸਰਕਾਰ ਦੀ ਸੱਤਾ ਵਿੱਚ ਆਉਂਦੀ ਹੈ, ਉਸ ਧਿਰ ਦੇ ਨਸ਼ੇ ਦੇ ਵਪਾਰੀਆਂ ਨਾਲ ਕਿਵੇਂ ਦੇ ਸਬੰਧ ਬਣ ਜਾਂਦੇ ਹਨ ਅਤੇ ਉਹ ਉਹਨਾਂ ਦੀ ਕਿਵੇਂ ਦੀ ਪੁਸ਼ਤ ਪਨਾਹੀ ਕਰਦੀਆਂ ਹਨ, ਇਸ ਦੀਆਂ 2 ਅੱਖਾਂ ਖੋਲ੍ਹਣ ਵਾਲੀਆਂ ਸੱਚਾਈਆਂ ਹੁਣੇ ਹੀ ਸਾਹਮਣੇ ਆਈਆਂ ਹਨ। ਦੋਵੇਂ ਹੀ ਨਸ਼ਾ ਕਿੰਗ ਵਜੋਂ ਮਸ਼ਹੂਰ ਹਨ, ਰਾਜਾ ਕੰਧੋਲਾ ਅਤੇ ਪੌਂਟੀ ਚੱਡਾ। ਦੋਵਾਂ ਦੇ ਹੀ ਸਿਆਸੀ ਸਰੋਕਾਰ ਕੀ ਸ਼ਹਿਰੀਆਂ ਦੀਆਂ ਬੰਦ ਪਈਆਂ ਅੱਖਾਂ ਨੂੰ ਖੋਲ੍ਹਣ ਲਈ ਘੱਟ ਹਨ। ਪੌਂਟੀ ਚੱਡਾ ਪਾਸ ਪੰਜਾਬ ਦੀ ਅਕਾਲੀ ਸਰਕਾਰ ਦੀ ਦਿੱਤੀ ਦਿੱਲੀ ਰਾਜ ਵਿੱਚ ਸਿਕਿਉਰਿਟੀ ਕੀ ਸਪਸ਼ਟ ਕਰਦੀ ਹੈ ਕਿ ਇਸ ਦਾ ਖੁਲਾਸਾ ਕਰਨਾ ਜ਼ਰੂਰੀ ਰਹਿ ਜਾਂਦਾ ਹੈ। ਇਸ ਤੇ ਤਾਂ ਕਦੇ ਕਿਸੇ ਮੀਡੀਆ ਨੇ ਪੰਜਾਬ ਦੇ ਗ੍ਰਹਿ ਮੰਤਰੀ ਸ਼੍ਰੀ ਸੁਖਬੀਰ ਬਾਦਲ ਵੱਲੋਂ ਦਿੱਤੀ ਇਸ ਖੁੱਲ੍ਹ ਤੇ ਪੰਜਾਬ ਸਰਕਾਰ ਨੂੰ ਕੋਈ ਵੀ ਸਵਾਲ ਕਰਨ ਦੀ ਜੁਰਤ ਨਹੀਂ ਕੀਤੀ ਹੈ ਤੇ ਭਾਜਪਾ ਦਾ ਨਾਮਧਾਰੀ, ਜਿਸ ਤੇ ਨਾਮਧਾਰੀਆਂ ਦਾ ਗੁਰੂ ਵੀ ਮੂੰਹ ਵਿੱਚ ਘੁੰਗਣੀਆਂ ਪਾ ਕੇ ਗੂੰਗਾ ਜਿਹਾ ਹੀ ਹੋ ਗਿਆ ਹੈ, ਨਸ਼ਿਆਂ ਦੇ ਦੂਜੇ ਪੱਖ ਦੀ ਵੀ ਆਨੰਦਪੁਰ ਸਾਹਿਬ ਦੇ ਮਤੇ ਦੀ ਇਸੇ ਮੱਦ ਨੰਬਰ 7 ਵਿੱਚ ਸਪਸ਼ਟ ਗੱਲ ਕਹੀ ਗਈ ਹੈ ਕਿ ਪਬਲਿਕ ਥਾਵਾਂ ਤੇ ਨਸ਼ਿਆਂ ਦੀ ਵਰਤੋਂ ਤੇ ਤੰਬਾਕੂ ਪੀਣ ਦੀ ਮਨਾਹੀ ਦਾ ਮੁੱਦਈ ਹੈ ਅਤੇ ਇਸ ਤੇ ਪਾਬੰਦੀ ਲਈ ਯਤਨ ਕਰੇਗਾ। ਇਸ ਦਾ ਅਕਾਲੀ ਦਲ ਦਾ ਸੱਚ ਇਹ ਹੈ ਕਿ ਚੋਣ ਕਮਿਸ਼ਨ ਵਿੱਚ ਦਿੱਤੇ ਅਕਾਲੀ ਦਲ ਦੇ ਹਿਸਾਬ ਕਿਤਾਬ ਵਿੱਚ ਬਾਦਲ ਅਕਾਲੀ ਦਲ ਨੇ 8 ਲੱਖ ਤੋਂ ਵੱਧ ਦਾ ਚੋਣ ਫੰਡ ਦਾਨ ਦੇ ਰੂਪ ਵਿੱਚ ਤੰਬਾਕੂ ਪਦਾਰਥ ਬਣਾਉਣ ਵਾਲੀ ਇੱਕ ਯੂਪੀ ਗੁਟਕਾ ਕੰਪਨੀ ਤੋਂ ਲਿਆ ਹੋਇਆ ਹੈ ਤੇ ਇਹੋ ਵਜ੍ਹਾ ਸੀ ਕਿ ਜਿਹੜਾ ਗੁਟਕਾ ਖੁਦ ਯੂਪੀ ਵਿੱਚ, ਬਿਹਾਰ, ਮੱਧ ਪ੍ਰਦੇਸ਼ ਵਿੱਚ ਵਿਕਣਾ ਬੈਨ ਹੋ ਚੁੱਕਿਆ ਸੀ, ਉਹ ਪੰਜਾਬ ਦੇ ਜੱਟ ਜ਼ਿਮੀਂਦਾਰਾਂ ਦੀਆਂ ਹਥੇਲੀਆਂ ਤੇ ਆਮ ਕਰਕੇ ਮਲਦੇ ਤੇ ਬੁੱਲਾਂ ਵਿੱਚ ਧਰਦੇ ਅਸੀਂ ਸਾਰੇ ਦੇਖ ਕੇ ਵੀ ਅਣਡਿੱਠ ਕਰਨ ਦਾ ਅਪਰਾਧ ਕਰਦੇ ਚਲੇ ਆਏ ਹਾਂ। ਪਬਲਿਕ ਥਾਵਾਂ ਤੇ ਸਿਗਰਟ ਨੋਸ਼ੀ ਤੇ ਸਭ ਤੋਂ ਬਾਅਦ ਵਿੱਚ ਪੰਜਾਬ ਸਰਕਾਰ ਨੇ ਪਾਬੰਦੀ ਲਾਉਣ ਦੀ ਹਿੰਮਤ ਜੁਟਾਈ ਹੈ। ਜਿਸ ਕਾਂਗਰਸੀ ਕੇਂਦਰੀ ਸਰਕਾਰ ਨੂੰ ਭੰਡਦੇ ਅਕਾਲੀ ਥੱਕਦੇ ਨਹੀਂ ਹਨ, ਉਸ ਤੋਂ ਵੀ 6 ਸਾਲ ਬਾਅਦ, ਪਰ ਫਿਰ ਵੀ ਇਸ ਕਾਨੂੰਨ ਤੇ ਸਖਤੀ ਨਾਲ ਅਮਲ ਨਹੀਂ ਕੀਤਾ ਜਾ ਰਿਹਾ ਹੈ। ਤੁਸੀਂ ਬਹੁਤ ਸਾਰੇ ਧਾਰਮਿਕ ਸਥਾਨਾਂ ਦੇ, ਸਕੂਲਾਂ, ਕਾਲਜਾਂ,
ਦਫ਼ਤਰਾਂ ਦੇ ਬਾਹਰ ਤੰਬਾਕੂ ਪਦਾਰਥ ਵਿਕਦੇ ਆਮ ਕਰਕੇ ਪਾਓਗੇ। ਇੱਥੋਂ ਤੱਕ ਕਿ ਸ਼ਰਾਬ ਦੇ ਠੇਕੇ ਤੁਸੀਂ ਪੰਜਾਬ ਦੀਆਂ ਮੰਡੀਆਂ, ਸਕੂਲਾਂ, ਧਾਰਮਿਕ ਸਥਾਨਾਂ ਦੀ ਐਨ ਜੂ ਵਿੱਚ ਪਾਓਗੇ, ਜਦ ਕਿ ਇੰਜ ਕਰਨਾ ਕਾਨੂੰਨੀ ਅਪਰਾਧ ਹੈ। ਕਾਨੂੰਨ ਤਾਂ ਇਹ ਵੀ ਹੈ ਕਿ ਜਿਸ ਪਿੰਡ ਦੇ ਲੋਕ ਅਤੇ ਪੰਚਾਇਤ ਸ਼ਰਾਬ ਦੇ ਠੇਕੇ ਨੂੰ ਖੁੱਲ੍ਹਣ ਦਾ ਵਿਰੋਧ ਕਰੇ ਅਤੇ ਮਤਾ ਪਾਸ ਕਰੇ, ਉਸ ਪਿੰਡ ਵਿੱਚ ਸ਼ਰਾਬ ਦਾ ਠੇਕਾ ਨਹੀਂ ਖੋਲ੍ਹਿਆ ਜਾ ਸਕਦਾ। ਪਰ ਪੰਜਾਬ ਵਿੱਚ ਇਹ ਅਮਲ ਆਮ ਕਰਕੇ ਹੈ ਕਿ ਇਸ ਕਾਨੂੰਨੀ ਅਤੇ ਵਿਧਾਨਕ ਅਧਿਕਾਰ ਨੂੰ ਆਬਕਾਰੀ ਵਿਭਾਗ ਅਤੇ ਠੇਕੇਦਾਰ ਆਪਣੇ ਪੈਰਾਂ ਥੱਲੇ ਮਧੋਲਦੇ ਆਮ ਕਰਕੇ ਮਿਲ ਜਾਣਗੇ। ਉੱਤੋਂ ਤਰਾਸਦੀ ਇਹ ਹੋਵੇਗੀ ਕਿ ਜਿਸ ਪੁਲਿਸ ਦਾ ਕੰਮ ਕਾਨੂੰਨ ਦੀ ਰੱਖਿਆ ਕਰਨਾ ਹੈ, ਉਹੀ ਪੁਲਿਸ ਕਾਨੂੰਨ ਦੀਆਂ ਧੱਜੀਆਂ ਉਡਾ ਕੇ ਅਣਦੱਸੇ ਸਿਆਸੀ ਰਸੂਖ ਹੇਠਾਂ ਸ਼ਰਾਬ ਦੇ ਠੇਕੇ ਦੀ ਰੱਖਿਆ ਕਰਦੀ ਅਤੇ ਲੋਕਾਂ ਤੇ ਡੰਡੇ ਵਰਾਉਂਦੀ ਆਮ ਕਰਕੇ ਮਿਲ ਜਾਂਦੀ ਹੈ। ਮੈਂ ਕਿਸੇ ਹੋਰ ਦਾ ਨਹੀਂ, ਖੁਦ ਆਪਣਾ ਉਦਾਹਰਣ ਪੇਸ਼ ਕਰਦਾ ਹਾਂ। ਮੈਂ ਪਿੰਡ ਢੈਠਲ ਵਿੱਚ ਗੁਰਦੁਆਰੇ ਦੀ ਕੱਛ ਵਿੱਚੋਂ ਠੇਕਾ ਉਠਾਉਣ ਲਈ ਪਿੰਡ ਦੇ ਲੋਕਾਂ ਦੇ ਪੁਰਅਮਨ ਸ਼ਾਂਤਮਈ ਅੰਦੋਲਨ ਦਾ ਸਾਥ ਦਿੱਤਾ ਤਾਂ ਮੇਰੇ ਖਿਲਾਫ ਕੇਸ ਦਰਜ ਕੀਤਾ ਗਿਆ। 3 ਮਹੀਨੇ ਲੱਗੇ ਸਾਨੂੰ ਕਾਨੂੰਨ ਮੁਤਾਬਕ ਪ੍ਰਸ਼ਾਸਨ ਤੋਂ ਕੰਮ ਕਰਵਾਉਣ ਵਿੱਚ, ਪਰ ਦੂਜੇ ਸਾਲ ਹੀ ਮੁੜ ਉੱਥੇ ਠੇਕਾ ਖੋਲ੍ਹ ਦਿੱਤਾ ਗਿਆ ਕਿਉਂਕਿ ਅਕਾਲੀ ਲੀਡਰ ਦੇ ਪ੍ਰਭਾਵ ਹੇਠਲੇ ਨਾਨਕਸਰ ਨਾਮ ਥੱਲੇ ਡੇਰੇਵਾਦੀ ਨੇ ਠੇਕੇਦਾਰ ਦੇ ਹੱਕ ਵਿੱਚ ਚੁੱਪ ਵੱਟ ਲਈ। ਅਜਿਹੇ ਸਮਾਜਿਕ ਅਤੇ ਪ੍ਰਸ਼ਾਸਨਿਕ ਨਿਘਾਰ ਦਾ ਕੋਈ ਇੱਕ ਨਾਗਰਿਕ ਕੀ ਕਰ ਸਕਦਾ ਹੈ? ਇਹ ਤਾਂ ਸਰਕਾਰ ਹੀ ਹੁੰਦੀ ਹੈ ਕਿ ਉਹ ਆਪਣੇ ਕੀਤੇ ਵਾਅਦਿਆਂ ਤੇ ਅਤੇ ਆਪਣੇ ਕਾਨੂੰਨਾਂ ਤੇ ਅਮਲ ਕਰੇ, ਤੇ ਜਦ ਉਹੀ ਗੈਰ ਕਾਨੂੰਨੀ ਅਮਲਾਂ ਵੱਲ ਪੈ ਜਾਵੇ ਤਾਂ ਫਿਰ ਲੋਕਤੰਤਰ ਮੁਰਦਾ ਸਾਬਤ ਹੋ ਕੇ ਆਪਣੇ ਨਾਲ ਹੁੰਦੀ ਹਰਾਮਗਿਰੀ ਨੂੰ, ਨਿਰਲੱਜਤਾ ਨਾਲ, ਨਿਤ ਸਮਾਜਿਕ ਭ੍ਰਿਸ਼ਟਤਾ ਦੀ ਨਿਰਲੱਜਤਾ ਨੂੰ ਅਤੇ ਹਰ ਅਨੈਤਿਕਤਾ ਨੂੰ ਸੱਤਾਧਾਰੀ ਜ਼ਬਰ ਨਾਲ ਨੈਤਿਕਤਾ ਬਣਦੇ ਲੂਲੇ, ਗੁੰਗੇ, ਬਹਿਰੇ, ਅਪਾਹਜ ਵਰਗੀ ਉਸ ਮੁਦਰਾ ਵਿੱਚ ਸਹਿਣ ਲਈ ਮਜਬੂਰ ਕਰ ਦਿੱਤਾ ਜਾਂਦਾ ਹੈ ਜਿਵੇਂ ਸੱਤਾ ਨੇ ਉਸ ਨਾਲ ਸਮੂਹਕ ਬਲਾਤਕਾਰ ਕਰਕੇ ਹੱਥ, ਪੈਰ, ਜ਼ਬਾਨ ਵੱਢ ਕੇ ਸੁੱਟ ਦਿੱਤਾ ਹੋਵੇ। ਪੰਜਾਬ ਦੀ ਲੋਕਾਈ ਆਮ ਕਰਕੇ ਅਤੇ ਪੰਜਾਬ ਦੀ ਸਿੱਖ ਵਸੋਂ ਖਾਸ ਕਰਕੇ ਅੱਜ ਇਸੇ ਹਾਲਾਤ ਵਿੱਚ ਵਿਚਰਦੀ ਆਪੋ ਆਪਣੀ ਸਵਾਰਥਾਂ ਦੀ ਅਜਿਹੀ ਜ਼ਿੰਦਗੀ ਜਿਉਣ ਲਈ ਮਜਬੂਰ ਕਰ ਦਿੱਤੀ ਗਈ ਹੈ ਜਿਸ ਵਿੱਚ ਉਹ ਅਜਿਹੇ ਹੀ ਬਲਾਤਕਾਰੀ ਨਾਲ ਆਪਣੀਆਂ ਗਰਜਾਂ ਦੇ ਹਿੱਤ ਸਾਂਝੇ ਕਰ ਚੁੱਕੀ ਹੈ। ਇੰਜ ਅਨੰਦਪੁਰ ਸਾਹਿਬ ਦੇ ਮਤੇ ਦੀ ਆਤਮਾ, ਜ਼ਮੀਰ ਅਤੇ ਹੋਂਦ ਸਭ ਅਕਾਲੀਆਂ ਵੱਲੋਂ ਖੁਦ ਸਵਾਹ ਕਰ ਦਿੱਤੇ ਗਏ ਹਨ। ਨਹੀਂ ਤਾਂ ਕੀ ਮਜਬੂਰੀ ਹੈ ਕਿ ਜਿਸ ਸਿੱਖ ਧਰਮ ਵਿੱਚ ਨਸ਼ਿਆਂ ਤੇ ਪਾਬੰਦੀ ਹੋਵੇ, ਜਿਸ ਸਿੱਖ ਗੁਰੂ ਦਾ ਘੋੜਾ ਵੀ ਤੰਬਾਕੂ ਦੇ ਖੇਤ ਵਿੱਚੋਂ ਨਾ ਗੁਜ਼ਰਦਾ ਹੋਵੇ, ਉਸੇ ਸਿੱਖ ਗੁਰੂਆਂ ਦੀ ਮਾਂ ਧਰਤੀ ਦਾ ਕਣ ਕਣ ਨਸ਼ਈ ਜ਼ਹਿਰੀ ਖੁਦ ਅਕਾਲੀਆਂ ਵੱਲੋਂ ਹੀ ਕਰ ਦਿੱਤਾ ਗਿਆ ਜਾਵੇ ਤੇ ਅਕਾਲ ਤਖਤ ਉਹਨਾਂ ਦੀ ਪੁਸ਼ਤ ਪਨਾਹੀ ਤੇ ਉਤਰ ਆਵੇ। ਬਤੌਰ ਸਿੱਖ ਸ਼ਰਮ ਨਾਲ ਵੀ ਮਰ ਮਿਟਣ ਲਈ ਸਾਡੇ ਪਾਸ ਚੁੱਲ੍ਹੂ ਭਰ ਨਿਰਮਲ ਜਲ ਵੀ ਨਹੀਂ ਹੈ, ਪਰ ਹਾਂ ਜਦ ਅਕਾਲੀ ਸੱਤਾ ਵਿਹੀਨ ਹੋ ਜਾਣਗੇ ਤਾਂ ਧਰਮ ਯੁੱਧ ਮੋਰਚੇ ਦਾ ਅਗਲਾ ਪੜਾਅ ਜ਼ਰੂਰ ਤਿਆਰ ਹੋਵੇਗਾ ਕਿਉਂਕਿ ਨਿਰਲੱਜਤਾ ਦੀ ਇਹੋ ਫਿਤਰਤ ਅਤੇ ਤਾਸੀਰ ਹੈ ਜਿਸ ਦੇ ਸਿੱਖ ਐਡਿਕਟ ਬਣਾਏ ਜਾ ਚੁੱਕੇ ਹਨ। ਯਾਦ ਰੱਖੋ, ਅਜਿਹਾ ਉਸ ਅਕਾਲੀ ਦਲ ਵੱਲੋਂ ਕੀਤਾ ਗਿਆ ਹੈ ਜਿਸ ਨੇ ਇਹ ਅਹਿਦ ਲਿਆ ਹੈ ਕਿ ਉਹ ਨਸ਼ਿਆਂ ਤੇ ਪਾਬੰਦੀ ਲਾਵੇਗਾ। ਆਪਣਾ ਆਪ ਬਚਾਉਣ ਲਈ ਇਹਨਾਂ ਪਾਸ ਇਸ ਤੋਂ ਮੁਆਫੀ ਜਾਂ ਕਿਸੇ ਝੂਠੇ ਸੱਚੇ ਬਹਾਨੇ ਰਾਹੀਂ ਵੀ ਖਿਮਾ ਦਰਖਾਸਤ ਦੀ ਅਰਜ਼ੀ ਤੇ ਅਰਜ਼ੋਈ ਕਰਨ ਲਈ ਸਿਵਾ ਫੁਕਰੀਆਂ ਮਾਰਨ ਤੋਂ ਤਿੱਲੇ ਦਾ ਸਹਾਰਾ ਵੀ ਨਹੀਂ ਹੈ। ਦਰਅਸਲ ਇਹ ਅਕਾਲੀ ਲੋਕ ਇਸ ਦੀ ਜ਼ਰੂਰਤ ਹੀ ਨਹੀਂ ਸਮਝਦੇ ਕਿਉਂਕਿ ਇਹ ਮੰਨਦੇ ਅਤੇ ਸਾਬਿਤ ਕਰ ਚੁੱਕੇ ਹਨ ਕਿ ਪੰਜਾਬ ਦੇ ਸੂਝਵਾਨ ਵੋਟਰ ਇਹਨਾਂ ਦੀ ਨਿੱਜੀ ਜੇਬ ਵਿੱਚ ਆਪਣੀ ਵਰਤੋਂ ਦੀ ਚੀਜ਼ ਬਣਾਏ ਜਾ ਚੁੱਕੇ ਹਨ। ਬਸ ਇਸ ਤੋਂ ਵੱਧ ਕੁਝ ਵੀ ਨਹੀਂ। 100 ਗੰਡੇ ਅਤੇ 100 ਛਿੱਤਰ ਨਾਲੋਂ ਨਾਲ ਖਾ ਕੇ ਵੀ ਸਿੱਖ ਸਮਾਜ ਲਗਾਤਾਰ ਸੱਤਾਧਾਰੀਆਂ ਦਾ ਬੰਦੂਆ ਗੁਲਾਮ ਬਣ ਕੇ ਨਤਮਸਤਕ ਹੁੰਦਾ ਇਤਿਹਾਸ ਇਸੇ ਤਰਾਸਦੀ ਦੀ ਹੀ ਗਵਾਹੀ ਭਰਦਾ ਚਲਾ ਆ ਰਿਹਾ ਹੈ। ਧਰਮ ਯੁੱਧ ਮੋਰਚਾ ਕੇਂਦਰ ਦੀ ਭਾਰਤ ਸਰਕਾਰ ਦੇ ਖਿਲਾਫ ਇਸ ਐਲਾਨ ਨਾਲ ਲਾਇਆ ਗਿਆ ਸੀ ਕਿ ਉਹ ਸਿੱਖਾਂ ਨੂੰ ਸਿੱਖਾਂ ਦੇ ਹੱਕ ਨਹੀਂ ਦਿੰਦੀ ਹੈ। ਅਸੀਂ ਸਿੱਖਾਂ ਨੇ ਹੁਣ ਆਪਣੇ ਹੱਕ ਲੈਣੇ ਹਨ। ਜਿਉਂ ਜਾਂ ਮਰੋ ਦਾ ਸਵਾਲ ਪੈਦਾ ਕੀਤਾ ਗਿਆ। ਭਾਰਤ ਸਰਕਾਰ ਤੋਂ ਆਪਣੇ ਹੱਕ ਲੈਣ ਹਿੱਤ ਹੱਕਾਂ ਦੇ ਖਰੜੇ ਨੂੰ ਅਨੰਦਪੁਰ ਸਾਹਿਬ ਦੇ ਮਤੇ ਦੇ ਰੂਪ ਵਿੱਚ ਪੇਸ਼ ਕੀਤਾ ਗਿਆ। ਸਵਾਲ ਇਹ ਉੱਠਦਾ ਹੈ ਕਿ ਕੀ ਵਾਕਈ ਹੀ ਅਨੰਦਪੁਰ ਸਾਹਿਬ ਦੇ ਮਤੇ ਵਿੱਚ ਸਾਰੀਆਂ ਮੰਗਾਂ ਭਾਰਤ ਸਰਕਾਰ ਤੋਂ ਪੂਰੀਆਂ ਹੋਣ ਵਾਲੀਆਂ ਸਨ?
ਜਾਂ ਬਹੁਤੀਆਂ ਅਕਾਲੀ ਦਲ ਵੱਲੋਂ ਪੂਰੀਆਂ ਕੀਤੀਆਂ ਜਾਣ ਵਾਲੀਆਂ ਸਨ ਸਮੇਤ ਗਵਾਹੀਆਂ ਇਹਨਾਂ ਪੰਨਿਆਂ ਤੇ ਅਸੀਂ ਸੱਚ ਦੀ ਪਰਖ ਕਰ ਰਹੇ ਹਾਂ। ਰਾਜਨੀਤਕ ਧੋਖਾ ਨੰਬਰ 37। ਅਨੰਦਪੁਰ ਸਾਹਿਬ ਦੇ ਮਤੇ ਦੇ ਮੂਲ ਖਰੜੇ ਦੇ ਸਫਾ ਨੰਬਰ 8 ਤੇ ਅਕਾਲੀ ਦਲ ਇੰਜ ਲਿਖਤਬੱਧ ਕਰਦਾ ਹੈ। ਸ਼੍ਰੋਮਣੀ ਅਕਾਲੀ ਦਲ ਦੀ ਆਰਥਿਕ ਪਾਲਿਸੀ ਅਤੇ ਪ੍ਰੋਗਰਾਮ ਜੋ ਵਰਕਿੰਗ ਕਮੇਟੀ ਨੇ 17 ਅਕਤੂਬਰ 1973 ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋਈ ਆਪਣੀ ਮੀਟਿੰਗ ਵਿੱਚ ਪਾਸ ਕੀਤਾ। ਮੈਂ ਪਾਠਕਾਂ ਦਾ ਧਿਆਨ ਫਿਰ ਅਨੰਦਪੁਰ ਸਾਹਿਬ ਦੇ ਮਤੇ ਦੇ ਪੰਨਾ ਨੰਬਰ 9 ਤੇ ਲੈ ਜਾਣਾ ਚਾਹੁੰਦਾ ਹਾਂ। ਇਸ ਤੇ ਦਰਜ ਹੈ ਕਿ ਇਸ ਨਿਸ਼ਾਨੇ ਦੀ ਪ੍ਰਾਪਤੀ ਲਈ ਅਕਾਲੀ ਦਲ ਨਿਮਨ ਲਿਖਤ ਤਜਵੀਜ਼ਾਂ ਨੂੰ ਅਪਣਾਉਣ ਦਾ ਸੰਕਲਪ ਰੱਖਦਾ ਹੈ। ਇਹ ਇਬਾਰਤ ਅਕਾਲੀ ਲੀਡਰਸ਼ਿਪ ਨੂੰ ਕਦੇ ਖੁਦ ਆਪਣੇ ਹੀ ਪਾਸ ਕੀਤੇ ਅਨੰਦਪੁਰ ਸਾਹਿਬ ਦੇ ਮਤੇ ਤੋਂ ਆਪ ਹੀ ਮੁਨਕਰ ਅਤੇ ਭਗੌੜੀ ਨਾ ਹੋ ਜਾਵੇ ਤੋਂ ਰੋਕਣ ਦਾ ਪ੍ਰਬੰਧ ਕਰਦੀ ਹੈ। ਇਸੇ ਲਈ ਇਸ ਮਤੇ ਦੇ ਪੰਨਾ ਨੰਬਰ 8 ਉੱਪਰ ਖਾਸ ਹੈਡਿੰਗ ਦੇ ਕੇ ਵਿਸ਼ੇਸ਼ ਜ਼ਿਕਰ ਕੀਤਾ ਜਾਂਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਆਰਥਿਕ ਪਾਲਿਸੀ ਅਤੇ ਪ੍ਰੋਗਰਾਮ ਜਿਸ ਸੰਬੰਧੀ ਹਮੇਸ਼ਾ ਯਾਦ ਰਹੇ ਦੀ ਚੇਤਾਵਨੀ ਵਿੱਚ ਲਿਖਿਆ ਜਾਂਦਾ ਹੈ ਕਿ ਜੋ ਵਰਕਿੰਗ ਕਮੇਟੀ ਨੇ 17 ਅਕਤੂਬਰ 1973 ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਆਪਣੀ ਹੋਈ ਮੀਟਿੰਗ ਵਿੱਚ ਪਾਸ ਕੀਤਾ। ਇਹ ਅਹਿਦ ਅਤੇ ਵਚਨ ਕਿਹੜੇ ਸਨ ਜਿਹੜੇ ਅਕਾਲੀ ਦਲ ਨੇ ਖਾਸ ਤੌਰ ਤੇ ਸਿੱਖ ਕੌਮ ਨੂੰ ਅਤੇ ਆਮ ਤੌਰ ਤੇ ਪੰਜਾਬ ਦੇ ਵੋਟਰਾਂ ਨੂੰ ਦਿੱਤੇ ਸਨ। ਜਿਵੇਂ ਮਤੇ ਦੇ ਅੰਕ ਪਹਿਲੇ ਵਿੱਚ ਅਸੀਂ ਆਰੰਭ ਵਿੱਚ ਸਫਾ ਨੰਬਰ 4 ਤੇ ਦੇਖ ਕੇ ਆਏ ਹਾਂ ਕਿ ਅਕਾਲੀ ਦਲ ਇਹ ਪ੍ਰਣ ਕਰਦਾ ਹੈ ਕਿ ਅਕਾਲੀ ਦਲ ਸਿੱਖਾਂ ਵਿੱਚ ਧਰਮ ਭਾਵ ਪੈਦਾ ਕਰਨਾ ਤੇ ਉਹਨਾਂ ਵਿੱਚ ਸਿੱਖ ਹੋਣ ਉੱਤੇ ਫਖਰ ਪੈਦਾ ਕਰਨਾ ਆਪਣਾ ਮੁੱਖ ਮਨੋਰਥ ਸਮਝਦਾ ਹੈ, ਜਿਸ ਦੀ ਪੂਰਤੀ ਲਈ ਅਕਾਲੀ ਦਲ ਹੇਠ ਲਿਖਿਆ ਪ੍ਰੋਗਰਾਮ ਵਰਤੋਂ ਵਿੱਚ ਲਿਆਏਗਾ। ਇੰਜ ਹੀ ਸਫਾ ਨੰਬਰ 5 ਤੇ ਆਪਣੇ ਰਾਜਸੀ ਨਿਸ਼ਾਨੇ ਨਿਮਿਤ ਅਕਾਲੀ ਦਲ ਆਪਣਾ ਇਹ ਪ੍ਰਣ ਕਰਦਾ ਹੈ ਕਿ ਪੰਥਕ ਰਾਜਸੀ ਨਿਸ਼ਾਨਾ ਨਿਸ਼ਚੇ ਤੌਰ ਤੇ ਸਾਹਿਬ ਦਸਮ ਪਾਤਸ਼ਾਹ ਦੇ ਆਦੇਸ਼ਾਂ ਸਿੱਖ ਇਤਿਹਾਸ ਦੇ ਪੰਨਿਆਂ ਅਤੇ ਖਾਲਸਾ ਪੰਥ ਦੇ ਮਨ ਅੰਦਰ ਵਿੱਚ ਉਕਰਿਆ ਚਲਿਆ ਆ ਰਿਹਾ ਹੈ, ਜਿਸ ਦਾ ਮਕਸਦ ਖਾਲਸਾ ਜੀ ਦੇ ਬੋਲਬਾਲੇ ਹੈ। ਖਾਲਸਾ ਜੀ ਦੇ ਇਸ ਜਨਮਸਿੱਧ ਅਧਿਕਾਰ ਨੂੰ ਦ੍ਰਿਸ਼ਟਮਾਨ ਕਰਨ ਲਈ ਲੋੜੀਂਦੇ ਦੇਸ਼ਕਾਲ ਤੇ ਰਾਜਸੀ ਵਿਧਾਨ ਦੀ ਸਿਰਜਣਾ ਪ੍ਰਾਪਤੀ ਸ਼੍ਰੋਮਣੀ ਅਕਾਲੀ ਦਲ ਦੇ ਬੁਨਿਆਦੀ ਢਾਂਚੇ ਦੀ ਨੀਂਹ ਹੈ। ਇਹਨਾਂ ਸਭਨਾਂ ਹੀ ਸ਼ਬਦਾਵਲੀਆਂ ਵਿੱਚ ਅਕਾਲੀ ਦਲ ਇਹੋ ਕਹਿ ਰਿਹਾ ਹੈ ਕਿ ਉਹ ਇਸ ਦੇ ਆਪਣੇ ਅਖਤਿਆਰ ਖੇਤਰ ਵਿੱਚ ਜਿਹੜੇ ਵੀ ਕੰਮ ਹਨ, ਜਦ ਵੀ ਅਕਾਲੀ ਦਲ ਦੀ ਸਰਕਾਰ ਪੰਜਾਬ ਵਿੱਚ ਬਣੇਗੀ ਉਹ ਇਹ ਸਾਰੇ ਕੰਮ ਕਰਕੇ ਦੇਵੇਗਾ। ਸ਼ਬਦਾਵਲੀ ਅਤੇ ਇਹਨਾਂ ਮਦਾਂ ਵਿਚਲੇ ਕੰਮਾਂ ਦੀ ਕਾਨੂੰਨੀ ਤੇ ਵਿਧਾਨਕ ਦਰਜਾ ਇਹੋ ਦੱਸਦਾ ਹੈ ਕਿ ਇਹਨਾਂ ਵਿਚਲੇ ਲਗਭਗ ਸਾਰੇ ਕੰਮ ਭਾਰਤੀ ਸੰਵਿਧਾਨ ਵਿੱਚ ਰਾਜਾਂ ਦੇ ਅਧਿਕਾਰ ਖੇਤਰ ਦੀ ਸੂਚੀ ਵਿੱਚ ਸੂਚੀਬੱਧ ਕੀਤੇ ਗਏ ਹਨ। ਸਿਵਾਏ ਭਾਰਤੀ ਸੰਵਿਧਾਨ ਨੂੰ ਫੈਡਰਲ ਢਾਂਚੇ ਵਿੱਚ ਲਿਆਉਣ, ਕੇਂਦਰ ਦੇ ਅਧਿਕਾਰ 4 ਮਹਿਕਮਿਆਂ ਤੱਕ ਘਟਾਉਣ ਅਤੇ ਵਿਦੇਸ਼ੀ ਮਾਮਲਿਆਂ ਵਿਚਲੀਆਂ ਮੰਗਾਂ ਦੇ ਅਰਥਾਤ ਹੁਣ ਤੱਕ ਵਿਚਾਰ ਕੀਤੀਆਂ ਮੰਗਾਂ ਵਿੱਚੋਂ ਸਿਰਫ 4 ਮੰਗਾਂ ਹੀ ਅਜਿਹੀਆਂ ਹਨ ਜਿਹੜੀਆਂ ਭਾਰਤ ਦੀ ਕੇਂਦਰ ਸਰਕਾਰ ਨਾਲ ਸੰਬੰਧਿਤ ਹਨ। ਬਾਕੀ ਸਾਰੀਆਂ 31 ਮੰਗਾਂ ਅਕਾਲੀ ਦਲ ਨੇ ਆਪ ਆਪਣੀ ਸਰਕਾਰ ਰਾਹੀਂ ਪੂਰੀਆਂ ਕਰਨੀਆਂ ਸਨ। ਆਓ ਇਹਨਾਂ ਨੂੰ ਯਾਦ ਕਰੀਏ ਤੇ ਅਕਾਲੀਆਂ ਤੋਂ ਪੁੱਛੀਏ ਕਿ ਖੁਦ ਆਪ ਜਿਹੜੇ ਕੰਮ ਕਰਨ ਦੇ ਇਹਨਾਂ ਉਪਰੋਕਤ ਸ਼ਬਦਾਵਲੀ ਵਿੱਚ ਵਚਨ ਦਿੱਤੇ ਸਨ, ਉਹਨਾਂ ਹੁਣ ਉਹ ਪੂਰੇ ਕਿਉਂ ਨਹੀਂ ਕੀਤੇ। ਇੱਥੇ ਇਹ ਧਿਆਨ ਰੱਖਣ ਦੀ ਸਖਤ ਲੋੜ ਹੈ ਕਿ ਅਨੰਦਪੁਰ ਸਾਹਿਬ ਦੇ ਮਤੇ ਨਾਲ, ਸਿੱਖ ਕੌਮ ਨਾਲ, ਖਾਲਸਾ ਪੰਥ ਨਾਲ ਅਤੇ ਪੰਜਾਬ ਦੇ ਲੋਕਾਂ ਨਾਲ ਇਹ ਘੋਰ ਵਿਸਾਹਘਾਤ ਖੁਦ ਅਕਾਲੀ ਦਲ ਵੱਲੋਂ ਕੀਤਾ ਜਾ ਰਿਹਾ ਹੈ। ਇਹ ਸਿਲਸਿਲੇਵਾਰ ਕੀਤੇ ਗਏ ਲਗਾਤਾਰ ਧੋਖੇ ਆਮ ਲੋਕਾਂ ਦੀ ਸਮਝ ਲਈ ਕਾਫੀ ਹਨ ਕਿ ਕਿਵੇਂ ਅਕਾਲੀ ਦਲ ਨੇ ਜਿਸ ਸਿੱਖ ਕੌਮ ਵਿੱਚੋਂ ਸਿੱਖ ਕੌਮ ਰਾਹੀਂ ਅਤੇ ਸਿੱਖ ਕੌਮ ਵਾਸਤੇ ਗੁਰੂ ਪੰਥ ਦੇ ਵਾਸਤੇ ਨਾਲ ਅਤੇ ਆਪਣੇ ਆਪ ਨੂੰ ਖਾਲਸਾ ਪੰਥ ਦੀ ਇੱਕੋ ਇੱਕ ਤਰਜਮਾਨੀ ਕਰਨ ਵਾਲੀ ਵਾਹਿਦ ਜਮਾਤ ਦੱਸ ਕੇ, ਪੰਥ ਦਾ ਸਰਮਾਇਆ ਖਾ ਕੇ, ਪੰਥ ਨੂੰ ਕੁਰਬਾਨ ਕਰਵਾ ਕੇ, ਪੰਥ ਨੂੰ ਸ਼ਹੀਦ ਕਰਵਾ ਕੇ ਅਤੇ ਪੰਥ ਤੋਂ ਹੀ ਸ਼ਕਤੀ ਸਾਧਨ ਲੈ ਕੇ ਪੰਥ ਨੂੰ ਹੀ ਸ਼ਰੇਆਮ ਸਿੱਧਾ ਧੋਖਾ ਦਿੱਤਾ ਹੈ ਅਤੇ ਸਿੱਖ ਕੌਮ ਨਾਲ ਹੀ ਅੰਤਾਂ ਦੀ ਗੱਦਾਰੀ ਕੀਤੀ ਹੈ। ਅਕਾਲੀ ਦਲ ਦੀ ਵਰਕਿੰਗ ਕਮੇਟੀ ਵੱਲੋਂ ਅਨੰਦਪੁਰ ਸਾਹਿਬ ਮਤੇ ਵਿੱਚ ਲਿਖੇ ਅਤੇ ਸਰਬਸੰਮਤੀ ਨਾਲ ਪਾਸ ਕੀਤੇ ਅਤੇ ਉਪਰੰਤ ਛਾਪੇ ਗਏ ਇਹਨਾਂ ਹੂਬਹੂ ਲਫ਼ਜ਼ਾਂ ਵਿੱਚ ਹੀ ਬਿਆਨ ਹੈ, ਅਨੰਦਪੁਰ ਸਾਹਿਬ ਮਤੇ ਨਾਲ ਕੀਤੇ ਗਏ ਵਿਸਾਹਘਾਤ ਅਤੇ ਸਿੱਖ ਕੌਮ ਦੇ ਤੇ ਖਾਲਸਾ ਪੰਥ ਦੇ ਰਾਜਨੀਤਿਕ, ਸਮਾਜਿਕ, ਆਰਥਿਕ, ਧਾਰਮਿਕ ਨਸਲ ਘਾਤ ਦੀ ਇਹ ਨਿਮਨ ਗਾਥਾ।
इस निशाने की प्राप्ति लई अकाली दल निम्नलिखित तजवीज़ां नूं अपनाउण दा संकल्प रखदा है। पहली, गरीब अते अमीर विचले फर्क नूं खत्म करन लई अते खेतीबाड़ी दी उपज वधाउण लई भौं सुधारां नूं शुरू करना। भौं हदबंदी बारे अजोकी विधानकारी लैजिसलेशन ते पुनर्विचार किया जाएगा ते हदबंदी नूं 30 स्टैंडर्ड एकड़ फी परिवार दे लिहाज नाल पक्का नियत किया जाएगा। उपर बाकी सारियां पालसियां नूं खत्म कर दिता जाएगा अते असल वाहिका टिलर्स नूं भौंदारी दी परपक्ता दित्ती जाएगी। भौं रहत मुजारियां अते गरीब किसानां नूं वाधू भौं ते वसाया जाएगा अते वेली सरकारी ते वाही योग भौं नूं भौं रहत लोकां विच खास तौर ते अणसूचित जातियां अते अणसूचित कबीलियां दे लोकां विच वंड दित्ती जाएगी। पहला, अकाली दल चाहुंदा है कि पेंडू अते शहरी दोवां विच अमीर अते गरीब विच अंतर खत्म किया जाए। यह धोखा नंबर 38 हो गया क्योंकि इस दिते वचन लई भी अकाली लीडरशिप ने अज तक कुछ नहीं किया है। दूजा, इस लई यह अकाली दल एक अजिहे तरीके नाल भूमि सुधारां दी हिमायत करदा है जिन्हां अनुसार 30 स्टैंडर्ड एकड़ तो ज़्यादा सारी भौं जिमीदारां कोलों लैके पेंडू गरीबां विच वंड दित्ती जावे। अकाली दल इस वचन तो भी मुकर गया है, इसलिए यह धोखा जां विसाघात नंबर 39 हो गया। तीजा, थीन डैम बठिंडा थर्मल प्लांट नूं सिरे चाढ़न लई खास कोशिशां कीतियां जाणगियां ताकि राज विच संचाई दीयां सुविधावां अते बिजली दा बहुतात हो जावे अते सिट्टे वजों यह होर सस्तियां होण। इस मद विच अकाली सरकारां ने अपने कौल इकरार तो पुट्ठा काम कीता है। यह दोवें प्रोजैक्ट पूरे हो गए हैं पर जिस उद्देश्य लई यह वचनबद्धता प्रगट की गई सी वह पूरी नहीं हुई। बिजली पानी की बहुतात नहीं हुई अते ना ही बिजली सस्ती हुई है, सगों इसके प्रति यूनिट जिथे रेट वधाए गए हैं उत्थे ही इसते एक तो बाद एक 4 नवे टैक्स भी लाए गए हैं जिस नाल यह कई गुणा महंगी बन गई है। राज सरकार की नाकामयाबी यह रही है कि इस दे बावजूद बिजली बोर्ड घाटे विच ही जांदा रहा है। हुण विसाघात यह किया गया है कि आनंदपुर साहिब के मते दे सफा नंबर 10 ते अकाली दल वल्लों घोषित अपनी पब्लिक सैक्टर की नीति तो उल्ट बिजली बोर्ड का सहकारीकरण करन दी बजाय प्राइवेटाइजेशन की नीति वाल वाधा किया गया है जो आनंदपुर साहिब के मते की भावना ते मते विच कीते गए कौल इकरारां नाल विश्वासघात नंबर 40 बन जाता है। चौथा, राज विच एटमी बिजली का प्लांट लाउण लई एक निर्णयमयी कोशिश की जाएगी। अकाली दल वल्लों घड़े गए अपने इस प्रोग्राम संबंधी अकाली दल के तत्काली मुख मंत्री श्री प्रकाश सिंह बादल अते वर्तमान प्रधान अते उप मुख मंत्री श्री सुखबीर सिंह बादल ने अपने दल के उपरोक्त सिद्धांत अते बनाए प्रोग्राम अते आनंदपुर साहिब के मते दे बिल्कुल उल्ट पैंतड़ा लिया है। इन्हां स्पष्ट ऐलान किया है कि पंजाब विच एटमी बिजली प्लांट नहीं लगन दिता जाएगा। इंज दा ही बयान श्री सिमरनजीत सिंह मान प्रधान अमृतसर अकाली दल ने दिता है। यह अपने ही दल के सर्वसम्मति नाल घड़े गए प्रोग्राम का खुद नस्लघात कर देना नहीं तां होर की है। कि अकाली दल के प्रधान पास अजिही शक्ति दल के विधान विच है कि वह दल की वर्किंग कमेटी, दल की राजनीतिक कमेटी, दल के डेलीगेट हाउस अते जनरल हाउस वल्लों पास पॉलिसी प्रोग्राम नूं एक वल्लड़े तौर ते बदल सके अते श्री अकाल तख्त साहिब तो अरदासा करके अपनाए गए ते कौम नाल प्रण करके छेड़े गए धर्म युद्ध मोर्चे दियां इन्हां सबना मंगां तो मुनकर होण दा अधिकार की हुण किसी भी दल के अख्तियार खेतर विच रह जांदा है। यह बुनियादी सवाल है जो अकाली दल की लीडरशिप अते सरकार ने खुद अपने ही किरदार आचरण अते व्यवहार नाल अपने उपर खड़ा कर लिया है। अकाली दल बादल दा ही वह संविधान जिहड़ा उसने इलैक्शन कमीशन पास रजिस्टर्ड करवाया होया है दल दे प्रधान अते मुख मंत्री नूं अजिही पावर अते इजाजत नहीं दिंदा है। दूजा, अकाली दल बादल ने आनंदपुर साहिब दे मते नूं अपना चोण मैनीफेस्टो घोषित करके 4 चोणां लड़ियां हन। इंज 4 वार लोक फतवा जिस चोण मनोरथ पत्र लई लिया गया होवे कि
ਉਸ ਲਈ ਮਿਲੇ ਫਤਵੇ ਨੂੰ ਸਰਕਾਰ ਬਣਾਉਣ ਤੋਂ ਬਾਅਦ ਦਲ ਦੇ ਪ੍ਰਧਾਨ ਅਤੇ ਮੁੱਖ ਮੰਤਰੀ ਦਾ ਫਰਜ਼ ਰਾਜਸੀ ਕਰਤੱਵ ਅਤੇ ਧਰਮ ਉਸ ਨੂੰ ਲਾਗੂ ਕਰਨ ਦਾ ਹੁੰਦਾ ਹੈ ਜਾਂ ਰੱਦ ਕਰਨ ਦਾ, ਜਾਂ ਉਸ ਨੂੰ ਲਾਗੂ ਕਰਨ ਦਾ ਲੋਕਤੰਤਰੀ ਵਿਧਾਨ ਨੈਤਿਕ ਤੇ ਸੰਵਿਧਾਨਕ ਫਰਜ਼ ਹੁੰਦਾ ਹੈ। ਇਹ ਜਵਾਬ ਦੇਣਾ ਅਕਾਲੀ ਦਲ ਦੇ ਹਰ ਪੱਧਰ ਦੇ ਲੀਡਰ ਦੀ ਜਵਾਬਦੇਹੀ ਹੈ। ਜੇ ਉਹ ਜਵਾਬ ਨਹੀਂ ਦਿੰਦੇ ਤਾਂ ਫਿਰ ਉਹ ਖੁਦ ਵੀ ਦਲ ਦੇ ਚੋਣ ਮਨੋਰਥ ਪੱਤਰ ਦੇ, ਦਲ ਦੇ ਵਿਧਾਨ ਦੇ, ਅਨੰਦਪੁਰ ਸਾਹਿਬ ਦੇ ਮਤੇ ਦੇ ਅਤੇ ਸਿੱਖ ਕੌਮ ਤੇ ਪੰਥ ਖਾਲਸੇ ਦੇ ਰਾਜਨੀਤਿਕ ਨਿਸ਼ਾਨੇ ਦੇ ਆਪ ਵੀ ਨਸਲਘਾਤ ਕਰਨ ਵਾਲੇ ਅਪਰਾਧੀ ਬਣ ਜਾਂਦੇ ਹਨ। ਇਹ ਧੋਖਾ ਨੰਬਰ 41 ਹੈ। ਦਰਅਸਲ 1991 ਵਿੱਚ ਮੈਂ ਪੰਥ ਦੀ ਇਸ ਮੰਗ ਲਈ ਭਾਰਤ ਦੀ ਸੰਸਦ ਵਿੱਚ ਪੰਜਾਬ ਵਿੱਚ ਐਟਮੀ ਬਿਜਲੀ ਘਰ ਸੈਂਕਸ਼ਨ ਕਰਵਾ ਲਿਆ ਸੀ। ਇਹਨਾਂ ਲੋਕਾਂ ਨੇ ਉਸ ਸਮੇਂ ਇਸ ਦਾ ਵਿਰੋਧ ਕੀਤਾ। ਇੰਜ ਇਹ ਅਕਾਲੀ ਦਲ ਦੀ ਲੀਡਰਸ਼ਿਪ ਦਾ ਹੋਰ ਵੱਡਾ ਅਪਰਾਧ ਬਣ ਜਾਂਦਾ ਹੈ। ਮੈਂ ਇਸ ਦਾ ਪ੍ਰਭਾਵ ਆਪਣੀ ਕੂਟਨੀਤਕ ਸ਼ਕਤੀ ਨਾਲ ਕੇਂਦਰ ਸਰਕਾਰ ਉੱਪਰ ਨਾ ਪੈਣ ਦਿੱਤਾ ਤੇ ਇਸ ਪਾਸ ਕੀਤੇ ਐਟਮੀ ਬਿਜਲੀ ਘਰ ਨੂੰ ਬਣਾਉਣ ਦਾ ਅਮਲੀ ਪ੍ਰੋਗਰਾਮ ਸ਼ੁਰੂ ਕਰਵਾ ਦਿੱਤਾ, ਜਿਸ ਹਿੱਤ ਮੈਂ ਪਟਿਆਲਾ ਜ਼ਿਲ੍ਹੇ ਦਾ ਪਾਂਤੜਾ ਇਲਾਕਾ ਚੁਣਿਆ ਅਤੇ ਇੱਥੇ ਇਸ ਨੂੰ ਹਕੀਕਤ ਵਿੱਚ ਸਥਾਪਿਤ ਕਰਵਾਉਣ ਹਿੱਤ ਜ਼ਮੀਨ ਅਕਵਾਇਰ ਕਰਵਾ ਲਈ। ਇਸ ਜ਼ਮੀਨ ਦੀ ਨਿਸ਼ਾਨਦੇਹੀ ਵੀ ਕਰ ਦਿੱਤੀ ਗਈ, ਪਰ ਮੇਰੇ ਸੰਸਦੀ ਸਮੇਂ ਕਾਲ ਤੋਂ ਬਾਅਦ ਇਸ ਦਾ ਸਭ ਨੇ ਤਕੜਾ ਵਿਰੋਧ ਕਰਕੇ ਇਸ ਨੂੰ ਹਰਿਆਣਾ ਵੱਲ ਧੱਕ ਦਿੱਤਾ ਹੈ। ਇੰਜ ਹਰਿਆਣਾ ਨੂੰ ਪੰਜਾਬ ਦੇ ਮੂਰਖ ਲੀਡਰਾਂ ਕਰਕੇ ਇੱਕ ਹੋਰ ਸੋਨੇ ਦੀ ਚਿੜੀ ਮਿਲ ਗਈ ਹੈ, ਜਿਸ ਲਈ ਕਿ ਉਸਨੇ ਕੋਈ ਵੀ ਉੱਦਮ ਕਦੇ ਵੀ ਨਹੀਂ ਸੀ ਕੀਤਾ। ਇਹ ਪੰਜਾਬ ਦੀ ਧੜੇਬਾਜ਼ੀ ਸਿਆਸਤ ਦੀ ਅਸਲ ਤਸਵੀਰ ਹੈ। ਅਕਾਲੀ ਦਲ ਦੀ ਇਸ ਤੋਂ ਬਾਅਦ ਬਣੀ ਸ਼੍ਰੀ ਬਾਦਲ ਦੀ ਅਗਵਾਈ ਵਾਲੀ ਸਰਕਾਰ ਨੇ ਇਸ ਪ੍ਰੋਜੈਕਟ ਨੂੰ ਹਰਿਆਣਾ ਨੂੰ ਦੇਣ ਦੀ ਸਿਫਾਰਿਸ਼ ਕਰ ਦਿੱਤੀ ਅਤੇ ਪੰਜਾਬ ਵਿੱਚ ਐਟਮੀ ਬਿਜਲੀ ਘਰ ਬਣਾਉਣ ਦਾ ਕਰੜਾ ਵਿਰੋਧ ਕੀਤਾ। ਇਹਨਾਂ ਆਪਣੇ ਨਾਲ ਹੀ ਸ਼੍ਰੀ ਸਿਮਰਨਜੀਤ ਸਿੰਘ ਮਾਨ ਨੂੰ ਵੀ ਰਲਾ ਲਿਆ ਤੇ ਉਸ ਤੋਂ ਵੀ ਇਸ ਦਾ ਡਟਵਾਂ ਅਤੇ ਸਿਧਾਂਤਕ ਤੇ ਜਜ਼ਬਾਤੀ ਵਿਰੋਧ ਕਰਵਾਇਆ ਗਿਆ। ਇਹ ਹੈ ਅਨੰਦਪੁਰ ਸਾਹਿਬ ਮਤੇ ਨਾਲ ਕੀਤਾ ਗਿਆ ਅਕਾਲੀ ਦਲ ਵੱਲੋਂ ਮਹਾ ਧੋਖਾ ਅਤੇ ਅਪਰਾਧ ਨੰਬਰ 42, ਜਿਸ ਦੀ ਭਰਪਾਈ ਕਦੇ ਵੀ ਨਹੀਂ ਕੀਤੀ ਜਾ ਸਕਦੀ। ਮੈਨੂੰ ਇਸ ਗੱਲ ਦਾ ਵੀ ਬੜਾ ਚੰਭਾ ਹੋਇਆ ਕਿ 2009 ਅਤੇ 2010 ਵਿੱਚ ਕੁਝ NRI ਪੰਜਾਬ ਵਿੱਚ ਐਟਮੀ ਬਿਜਲੀ ਘਰ ਦੀ ਸਥਾਪਨਾ ਲਈ ਮੁਹਿੰਮ ਵਿੱਢ ਕੇ ਪੰਜਾਬ ਆਏ। ਉਹ ਮੁੱਖ ਮੰਤਰੀ ਨੂੰ ਵੀ ਮਿਲੇ। ਜਿਵੇਂ ਹਮੇਸ਼ਾ ਹੁੰਦਾ ਹੈ, ਇਹ NRI ਆਪੋ ਆਪਣੀ ਡਾਲਰ ਪੌਂਡ ਸ਼ਕਤੀ ਨਾਲ ਵਾਹੋ-ਵਾਹੀ ਖੱਟਣ ਲਈ ਸੱਤਾ ਦੀ ਭ੍ਰਿਸ਼ਟਤਾ ਵਿੱਚ ਸ਼ਾਮਲ ਹੋਣ ਆਉਂਦੇ ਹਨ ਤੇ ਬਿਨਾਂ ਕਿਸੇ ਗੰਭੀਰ ਤੇ ਅਸਲ ਪ੍ਰੋਗਰਾਮ ਤੋਂ ਵਾਪਸ ਮੁੜ ਜਾਂਦੇ ਹਨ। ਇਹ ਟੀਮ ਵੀ ਬਿਨਾਂ ਕਿਸੇ ਤਿਆਰੀ ਤੋਂ ਹੀ ਆਈ ਸੀ। ਇਹਨਾਂ ਨੂੰ ਪਤਾ ਹੋਣਾ ਚਾਹੀਦਾ ਸੀ ਕਿ ਪੰਜਾਬ ਵਿੱਚ ਐਟਮੀ ਬਿਜਲੀ ਘਰ ਲਈ ਮੈਂ ਪਹਿਲ ਕਰ ਚੁੱਕਿਆ ਹਾਂ ਤੇ ਇਹਨਾਂ ਨੂੰ ਮੇਰੇ ਨਾਲ ਸੰਪਰਕ ਕਰਨਾ ਚਾਹੀਦਾ ਸੀ। ਇਹ ਆਪੋ ਆਪਣੀ ਤੂਤੀ ਵਜਾ ਕੇ ਚੱਲਦੇ ਬਣੇ ਤੇ ਅੱਜ ਤੱਕ ਨਹੀਂ ਪਤਾ ਚੱਲਿਆ ਕਿ ਇਹਨਾਂ ਕੀ ਕੀਤਾ। ਪੰਜਵਾਂ, ਪੇਂਡੂ ਇਲਾਕਿਆਂ ਵਿੱਚ ਸਹਿਕਾਰੀ ਸੇਵਾਵਾਂ ਕਾਇਮ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਅਨੰਦਪੁਰ ਸਾਹਿਬ ਦੇ ਮਤੇ ਦੀਆਂ ਪਹਿਲਾਂ ਦਿੱਤੀਆਂ ਫੋਟੋਆਂ ਵਿੱਚ ਪੰਨਾ 10 ਦੀ ਵੇਖੋ ਮੱਧ। ਅਕਾਲੀ ਸਰਕਾਰ ਨੇ ਤਾਂ ਜਿਹੜੀਆਂ ਇਕਾਈਆਂ ਸਫਲਤਾ ਨਾਲ ਚੱਲ ਰਹੀਆਂ ਸਨ ਉਹ ਵੀ ਬੰਦ ਕਰਵਾ ਦਿੱਤੀਆਂ ਹਨ ਜਾਂ ਪ੍ਰਾਈਵੇਟ ਅਦਾਰਿਆਂ ਨੂੰ ਵੇਚ ਦਿੱਤੀਆਂ ਹਨ, ਜੋ ਧੋਖਾ ਨੰਬਰ 43 ਬਣ ਕੇ ਸਾਹਮਣੇ ਆਉਂਦਾ ਹੈ। 6ਵਾਂ, ਜਿੱਥੇ ਨਹਿਰੀ ਸਿੰਚਾਈ ਦੀ ਘਾਟ ਹੈ ਉਹਨਾਂ ਇਲਾਕਿਆਂ ਵਿੱਚ ਛੋਟੇ ਸਿੰਚਾਈ ਪ੍ਰੋਜੈਕਟਾਂ ਲਈ ਖਾਸ ਧਿਆਨ ਦੇਣਾ ਚਾਹੀਦਾ ਹੈ। ਇਸੇ ਕਿਤਾਬ ਵਿੱਚ ਦਿੱਤੇ ਮਤਾ ਅਨੰਦਪੁਰ ਦਾ ਪੰਨਾ 10 ਦੀ ਮੱਧ ਵੇਖੋ। 1973 ਵਿੱਚ ਅਨੰਦਪੁਰ ਸਾਹਿਬ ਦਾ ਮਤਾ ਪਾਸ ਹੋ ਕੇ ਅਕਾਲੀ ਦਲ ਵੱਲੋਂ ਅਪਣਾ ਲਿਆ ਜਾਂਦਾ ਹੈ ਅਤੇ ਇਸ ਨੂੰ ਆਪਣਾ ਪਾਲਿਸੀ ਪ੍ਰੋਗਰਾਮ ਹੀ ਨਹੀਂ ਸਗੋਂ 1972, 1977, 1985 ਦੀਆਂ ਵਿਧਾਨ ਸਭਾ ਚੋਣਾਂ ਅਤੇ 1999 ਤੇ 1992 ਦੀਆਂ ਲੋਕ ਸਭਾ ਚੋਣਾਂ ਵਿੱਚ ਇਸ ਮਤੇ ਨੂੰ ਆਪਣਾ ਚੋਣ ਮਨੋਰਥ ਪੱਤਰ ਬਣਾ ਕੇ ਚੋਣਾਂ ਵੀ ਲੜੀਆਂ ਜਾਂਦੀਆਂ ਹਨ। ਇਤਨਾ ਹੀ ਨਹੀਂ, ਅਕਾਲੀ ਦਲ ਪੰਜਾਬ ਵਿੱਚ 1973 ਤੋਂ ਬਾਅਦ ਅੱਜ ਤੱਕ 6 ਵਾਰ 1973, 1977, 1985, 1997, 2007 ਅਤੇ 2012 ਵਿੱਚ ਅਕਾਲੀ ਸਰਕਾਰਾਂ ਵੀ ਬਣਾ ਲੈਂਦਾ ਹੈ। ਅਕਾਲੀ ਦਲ ਕੇਂਦਰ ਵਿੱਚ 2 ਵਾਰ ਸਾਂਝੀ ਸਰਕਾਰ ਵਿੱਚ ਸ਼ਾਮਲ ਵੀ ਹੁੰਦਾ ਹੈ, ਪਰ ਜਿਵੇਂ ਉਹ ਬਾਕੀ ਮੰਗਾਂ ਤੇ ਵਾਅਦੇ ਪੂਰਾ ਨਹੀਂ ਕਰਦਾ, ਉਵੇਂ ਹੀ ਉਹ ਆਪਣੇ ਇਸ ਚੋਣ ਵਾਅਦੇ ਨੂੰ ਅਤੇ ਅਨੰਦਪੁਰ ਸਾਹਿਬ ਦੇ ਮਤੇ ਦੀ ਆਰਥਿਕ ਪਾਲਿਸੀ ਅਤੇ ਪ੍ਰੋਗਰਾਮ ਦੇ ਨਿਸ਼ਾਨੇ ਖੇਤੀਬਾੜੀ ਖੇਤਰ ਦੀ ਮੱਦ ਨੂੰ ਅੱਜ ਤੱਕ ਪੂਰਾ ਨਹੀਂ ਕਰਦਾ ਹੈ। ਇਹ ਹੈ ਧੋਖਾ ਨੰਬਰ 44।
7ਵਾਂ, ਅਨੰਦਪੁਰ ਸਾਹਿਬ ਦੇ ਮਤੇ ਵਿੱਚ ਅਕਾਲੀ ਦਲ ਆਪਣੀ ਉਦਯੋਗ ਨੀਤੀ ਅਤੇ ਸਿਧਾਂਤ ਸੰਬੰਧੀ ਸੰਕਲਪ ਕਰਦਾ ਪੰਨਾ ਨੰਬਰ 11 ਤੇ ਲਿਖਦਾ ਹੈ ਕਿ ਅਕਾਲੀ ਦਲ ਮੰਗ ਕਰਦਾ ਹੈ ਕਿ ਸਾਡੇ ਬੁਨਿਆਦੀ ਉਦਯੋਗ ਪਬਲਿਕ ਸੈਕਟਰ ਜਨਤਾ ਦੇ ਮੈਦਾਨ ਵਿੱਚ ਲਿਆਂਦੇ ਜਾਣ। ਅਕਾਲੀ ਦਲ ਇਹ ਵੀ ਨਿਸ਼ਚਾ ਕਰਦਾ ਹੈ ਕਿ 1 ਕਰੋੜ ਤੋਂ ਵੱਧ ਲਾਗਤ ਵਾਲੇ ਸਾਰੇ ਉਦਯੋਗਿਕ ਪ੍ਰੋਜੈਕਟ ਪਬਲਿਕ ਸੈਕਟਰ ਵਿੱਚ ਲਿਆਣੇ ਚਾਹੀਦੇ ਹਨ। ਇਸ ਹਿੱਤ ਅਨੰਦਪੁਰ ਸਾਹਿਬ ਦਾ ਮਤਾ ਇਹ ਨਿਸ਼ਚਿਤ ਕਰਦਾ ਹੈ ਕਿ ਪਬਲਿਕ ਸੈਕਟਰ ਦੇ ਪ੍ਰੋਜੈਕਟਾਂ ਨੂੰ ਵਧੇਰੇ ਖੁਦਮੁਖਤਾਰੀ ਦੇਣੀ ਚਾਹੀਦੀ ਹੈ। ਇਹ ਮਤਾ ਪਬਲਿਕ ਸੈਕਟਰ ਲਈ ਇਹ ਪਾਲਿਸੀ ਵੀ ਸਪਸ਼ਟ ਕਰਦਾ ਹੈ ਕਿ ਇਹਨਾਂ ਦੇ ਚਾਲਕਯੋਗ ਨੌਜਵਾਨ ਹੋਣੇ ਚਾਹੀਦੇ ਹਨ ਜੋ ਪ੍ਰੋਜੈਕਟ ਵਿੱਚ ਲਗਨ ਦੇ ਪੱਕੇ ਹੋਣ। ਇੱਥੇ ਹੀ ਬਸ ਨਹੀਂ ਕਰਦਾ, ਸਗੋਂ ਮਤਾ ਹੋਰ ਅਗਾਂਹ ਵਧੂ ਕਦਮ ਚੁੱਕਣ ਦਾ ਪ੍ਰਣ ਕਰਦਾ ਹੋਇਆ ਕਹਿੰਦਾ ਹੈ ਕਿ ਪਬਲਿਕ ਸੈਕਟਰ ਪ੍ਰੋਜੈਕਟ ਦੀ ਇੱਕ ਸ਼੍ਰੇਣੀ ਬਣਾਉਣ ਲਈ ਇੱਕ ਖਾਸ ਕੋਸ਼ਿਸ਼ ਕਰਨੀ ਚਾਹੀਦੀ ਹੈ। ਅਨੰਦਪੁਰ ਸਾਹਿਬ ਮਤੇ ਦਾ ਪੰਨਾ ਨੰਬਰ 11 ਸਿਰਲੇਖ ਉਦਯੋਗ ਵਿੱਚੋਂ ਇਹ ਹਵਾਲਾ ਦਾਸ ਦੇ ਰਿਹਾ ਹੈ। ਮੈਂ ਫਿਰ ਸੱਚ ਕਹਿਣ ਲਈ ਮਜਬੂਰ ਹਾਂ ਕਿ ਅਕਾਲੀ ਦਲ ਨੇ ਇਸ ਹਿੱਤ ਤਾਂ ਕਦੇ ਵੀ ਕੁਝ ਵੀ ਨਹੀਂ ਕੀਤਾ। ਇਸ ਦੇ ਉਲਟ ਸਗੋਂ ਪਬਲਿਕ ਸੈਕਟਰ ਦੇ ਜਿਹੜੇ ਮੁਨਾਫਾ ਕਮਾਊ ਉਦਯੋਗ ਸਨ ਉਹਨਾਂ ਨੂੰ ਵੀ ਭ੍ਰਿਸ਼ਟਤਾ ਦੀਆਂ ਸਾਰੀਆਂ ਹੱਦਾਂ ਟੱਪ ਕੇ ਆਪਣੇ ਚਹੇਤਿਆਂ ਨੂੰ ਵੇਚ ਦਿੱਤਾ ਹੈ, ਜਿਵੇਂ ਸਵਰਾਜ ਆਦਿ। ਇਸ ਨੂੰ ਬੇਈਮਾਨੀ ਅਤੇ ਆਪਣੇ ਹੀ ਕੀਤੇ ਵਾਅਦਿਆਂ ਨਾਲ ਬੇਵਫਾਈ ਕਰਨਾ ਨਾ ਮੰਨੀਏ ਤਾਂ ਪਾਠਕ ਜਨ ਖੁਦ ਹੀ ਤੈਅ ਕਰਕੇ ਦੱਸਣ ਕਿ ਇਹ ਫਿਰ ਕੀ ਹੈ। ਮੈਂ ਇਸ ਨੂੰ ਮਿੱਥ ਕੇ ਅਤੇ ਜਾਣ ਬੁੱਝ ਕੇ ਕੀਤੀ ਗਈ ਦਗਾਬਾਜ਼ੀ ਨੰਬਰ 45 ਮੰਨਦਾ ਹਾਂ। 8ਵਾਂ, ਅਨੰਦਪੁਰ ਸਾਹਿਬ ਦੇ ਮਤੇ ਵਿੱਚ ਅਕਾਲੀ ਦਲ ਆਪਣਾ ਪਾਲਸੀ ਪ੍ਰੋਗਰਾਮ ਅਤੇ ਸਰਕਾਰ ਬਣਾਉਣ ਤੇ ਆਪਣੇ ਵੱਲੋਂ ਜਿਹੜੇ ਕੰਮ ਪਹਿਲ ਆਧਾਰਿਤ ਕਰਨ ਤੇ ਵਚਨ ਦਿੰਦਾ ਹੈ ਉਹਨਾਂ ਵਿੱਚ ਇਹਨਾਂ ਉਪਰੋਕਤ ਸਭਨਾਂ ਤੋਂ ਇਲਾਵਾ ਇਹਨਾਂ ਸ਼ਬਦਾਂ ਵਿੱਚ ਇਹ ਵੀ ਪ੍ਰਣ ਕਰਦਾ ਹੈ ਕਿ ਅਕਾਲੀ ਦਲ ਚਾਹੁੰਦਾ ਹੈ ਕਿ ਉਹ ਸਾਰੇ ਖਪਤਕਾਰੀ ਉਦਯੋਗ ਜੋ ਜ਼ਰੂਰੀ ਵਸਤੂਆਂ ਨਾਲ ਸੰਬੰਧਿਤ ਹਨ ਕੌਮੀ ਕਰ ਲਏ ਜਾਣ ਤਾਂ ਕਿ ਕੀਮਤਾਂ ਨੂੰ ਕਾਬੂ ਹੇਠ ਰੱਖਿਆ ਜਾ ਸਕੇ ਅਤੇ ਗਰੀਬ ਖਪਤਕਾਰ ਦੀ ਉਦਯੋਗਕਾਰੀਆਂ ਅਤੇ ਦਲਾਲਾਂ ਰਾਹੀਂ ਲੁੱਟ ਖਸੁੱਟ ਨੂੰ ਖਤਮ ਕੀਤਾ ਜਾ ਸਕੇ। ਹੁਣ ਤੱਕ 6 ਵਾਰ ਅਕਾਲੀ ਦਲ ਪੰਜਾਬ ਵਿੱਚ ਆਪਣੀ ਸਰਕਾਰ ਬਣਾਉਣ ਦੇ ਬਾਵਜੂਦ ਇਸ ਹਿੱਤ ਕੋਈ ਵੀ ਉਪਰਾਲਾ ਨਹੀਂ ਕਰਦਾ ਹੈ, ਸਗੋਂ ਗਰੀਬਾਂ ਦੀ ਲੁੱਟ ਅਤੇ ਕੁੱਟ ਕਰਨ ਲਈ ਸਹਿਕਾਰੀ ਉਦਯੋਗ ਵੇਚਦਾ ਹੈ, ਸੜਕ ਤੇ ਟੋਲ ਟੈਕਸ ਲਾਉਂਦਾ ਹੈ, ਪ੍ਰਾਈਵੇਟ ਬੱਸਾਂ ਨੂੰ ਉਤਸ਼ਾਹ ਦਿੰਦਾ ਹੈ, ਵਿੱਦਿਆ ਅਤੇ ਸਿਹਤ ਸੇਵਾਵਾਂ ਦਾ ਬੇਮੁਹਾਰਾ ਪ੍ਰਾਈਵੇਟਾਈਜ਼ੇਸ਼ਨ ਕਰਦਾ ਹੈ, ਮੁਲਾਜ਼ਮਾਂ ਦਾ ਸ਼ੋਸ਼ਣ ਕਰਨ ਲਈ ਹਰ ਪੱਧਰ ਤੇ ਠੇਕਾ ਪ੍ਰਣਾਲੀ ਅਧੀਨ ਮੁਲਾਜ਼ਮ ਰੱਖਦਾ ਹੈ। ਇਹ ਲਿਸਟ ਬਹੁਤ ਲੰਮੀ ਹੈ। ਇੰਜ ਇਹ ਰਾਜਨੀਤਿਕ ਧੋਖਾ ਨੰਬਰ ਜਾਂ ਮੱਕਾਰੀ ਕਹੋ ਜਾਂ ਗੱਦਾਰੀ ਨੰਬਰ 46 ਬਣਦਾ ਹੈ। 9ਵਾਂ, ਅਨੰਦਪੁਰ ਸਾਹਿਬ ਦਾ ਮਤਾ ਅਕਾਲੀ ਦਲ ਲਈ ਅਤੇ ਪੰਜਾਬ ਵਿੱਚ ਅਕਾਲੀ ਸਰਕਾਰ ਲਈ ਆਪਣੀ ਉਦਯੋਗ ਪਾਲਿਸੀ ਅਤੇ ਨੀਤੀ ਵਿੱਚ ਸਰਕਾਰ ਬਣਾਉਣ ਤੋਂ ਬਾਅਦ ਪਹਿਲ ਆਧਾਰਿਤ ਕੀਤੇ ਜਾਣ ਵਾਲੇ ਕੰਮਾਂ ਦਾ ਸਪਸ਼ਟ ਨਿਰਧਾਰਨ ਕਰਦਾ ਹੋਇਆ ਕਹਿੰਦਾ ਹੈ ਕਿ ਪੇਂਡੂ ਇਲਾਕਿਆਂ ਵਿੱਚ ਖੇਤੀਬਾੜੀ ਤੇ ਨਿਰਭਰ ਉਦਯੋਗਾਂ ਨੂੰ ਸਥਾਪਿਤ ਕਰਨ ਦੀ ਇੱਕ ਯੋਜਨਾਬੱਧ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਕਿ ਸ਼ਹਿਰਾਂ ਵਿੱਚ ਆਬਾਦੀ ਦਾ ਜ਼ੋਰ ਘਟ ਜਾਵੇ। ਫਿਰ ਅਤੇ ਬਾਰ-ਬਾਰ ਲਿਖਣਾ ਪੈਂਦਾ ਹੈ, ਮਤਾ ਪਾਸ ਕਰਨ ਤੋਂ ਬਾਅਦ 6 ਵਾਰ ਅਕਾਲੀ ਸਰਕਾਰਾਂ ਪੰਜਾਬ ਵਿੱਚ ਬਣਾ ਚੁੱਕਾ ਅਕਾਲੀ ਦਲ ਅਨੰਦਪੁਰ ਸਾਹਿਬ ਦੇ ਮਤੇ ਦੀ ਇਸ ਮੱਦ ਸੰਬੰਧੀ ਅੱਜ ਤੱਕ ਕੁਝ ਵੀ ਨਹੀਂ ਕਰਕੇ ਮਤੇ ਦੀ ਅਤੇ ਪੰਥ ਨਾਲ ਵਿਸ਼ਵਾਸਘਾਤ ਦੀ ਇੱਕ ਬੇਮਿਸਾਲ ਰਵਾਇਤ ਪੈਦਾ ਕਰਕੇ ਧੋਖੇਬਾਜ਼ੀ ਨੂੰ ਵੀ ਸ਼ਰਮਸਾਰ ਕਰਦਾ ਹੈ। ਦਲ ਦਾ ਜਨਰਲ ਇਜਲਾਸ ਹੇਠਲੀ ਲੀਡਰਸ਼ਿਪ ਸਿੱਖ ਅਤੇ ਪੰਜਾਬ ਦੇ ਲੋਕ ਸਵੈ ਇੱਛਾ ਨਾਲ ਬਾਰ-ਬਾਰ ਇਸ ਦੇ ਹੱਥੋਂ ਧੋਖੇ ਖਾ ਕੇ ਮੁੱਦੇ ਮੂੰਹ ਡਿੱਗ ਕੇ ਖੁਸ਼ੀ ਮਨਾਉਂਦੇ ਫਿਰਦੇ ਹਨ। ਭਾਰਤ ਸਰਕਾਰ ਨੂੰ ਹੋਰ ਕੀ ਚਾਹੀਦਾ ਹੈ? ਇਹ ਹੈ ਜ਼ਬਰਦਸਤ ਰਾਜਨੀਤਿਕ ਧੋਖਾ ਨੰਬਰ 47 ਜੋ ਅਕਾਲੀ ਦਲ ਅਤੇ ਅਕਾਲੀ ਸਰਕਾਰਾਂ ਅਨੰਦਪੁਰ ਸਾਹਿਬ ਦੇ ਮਤੇ ਨਾਲ ਖੁਦ ਆਪ ਕਰ ਰਹੀਆਂ ਹਨ। 10ਵਾਂ, ਅਨੰਦਪੁਰ ਸਾਹਿਬ ਦਾ ਮਤਾ ਲੋਕ ਪੱਖੀ ਇੱਕ ਅਜਿਹੀ ਸਰਬਤ ਦੇ ਭਲੇ ਵਾਲੀ ਅਤੇ ਵਿਸ਼ਵਾਸ ਕਲਿਆਣਕਾਰੀ ਉਦਯੋਗਿਕ ਪਾਲਿਸੀ ਦੀ ਘੋਸ਼ਣਾ ਕਰਦਾ ਹੈ ਕਿ ਉਦਯੋਗਾਂ ਦੇ ਪ੍ਰਬੰਧ ਨੂੰ ਇਸ ਤਰ੍ਹਾਂ ਲੋਕਤੰਤਰੀ ਕੀਤਾ ਜਾਵੇ ਕਿ ਪ੍ਰਬੰਧਕਾਂ ਵਿੱਚ ਕਾਮੇ ਹੋਣ ਅਤੇ ਇੱਕ ਅਜਿਹੀ ਸਕੀਮ ਬਣਾਈ ਜਾਵੇ ਜਿਸ ਨਾਲ ਕਾਮਿਆਂ ਅਤੇ ਉਦਯੋਗਪਤੀਆਂ ਕਾਰਖਾਨੇਦਾਰਾਂ ਵਿੱਚ ਲਾਭ ਵੰਡਿਆ ਜਾ ਸਕੇ। ਇਹ ਨੀਤੀ ਨਿਰਧਾਰਨ ਉਦਯੋਗਿਕ ਪਾਲਿਸੀ ਨੂੰ ਅਕਾਲੀ ਦਲ ਦੀ ਪੰਜਾਬ ਵਿੱਚ ਬਣੀ ਸਰਕਾਰ ਨੂੰ ਪਹਿਲਾਂ ਖੁਦ ਅਪਣਾਉਣਾ ਅਤੇ ਇਸ ਦਾ ਰੋਲ ਮਾਡਲ ਵਿਸ਼ਵ ਦੇ ਸਾਹਮਣੇ ਹਕੀਕਤ ਵਿੱਚ ਲਾਗੂ ਕਰਕੇ ਰੱਖਣਾ ਚਾਹੀਦਾ ਸੀ। ਇਸ ਦੇ ਮੌਕੇ ਵੀ ਅਕਾਲੀ ਦਲ ਪਾਸ ਸਨ ਅਤੇ ਹਨ।
ਉਹ ਸਹਿਕਾਰੀ ਮਿੱਲਾਂ ਨੂੰ ਵੇਚਣ ਦੀ ਥਾਂ ਤੇ ਇਸ ਪ੍ਰਬੰਧ ਅਧੀਨ ਲਿਆ ਸਕਦਾ ਸੀ। ਪੰਜਾਬ ਵਿੱਚ ਸਰਕਾਰ ਬਣਾਉਣ ਤੋਂ ਬਾਅਦ ਅਕਾਲੀ ਦਲ ਇਸ ਹਿੱਤ ਪੰਜਾਬ ਰਾਜ ਬਿਜਲੀ ਬੋਰਡ ਪੁਨਰਗਠਨ ਸੰਬੰਧੀ ਲਿਆਏ ਗਏ ਬਿੱਲ ਅਤੇ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਪਾਲਿਸੀ ਨੂੰ ਅਨੰਦਪੁਰ ਸਾਹਿਬ ਮਤੇ ਦੇ ਇਸੇ ਨੀਤੀ ਨਿਰਧਾਰਨ ਅਤੇ ਪਾਲਿਸੀ ਵਿੱਚ ਵਿਉਂਤਬੱਧ ਕੀਤਾ ਜਾ ਸਕਦਾ ਸੀ। ਸਵਰਾਜ ਫੈਕਟਰੀ ਵਿੱਚ ਵੀ ਇਸ ਨੂੰ ਅਪਣਾਇਆ ਜਾ ਸਕਦਾ ਸੀ। ਹੁਣ ਵੀ ਸਰਕਾਰ ਦੇ ਸਾਰੇ ਖੇਤਰਾਂ ਵਿੱਚ ਇਸ ਨੂੰ ਅਪਣਾਇਆ ਜਾ ਸਕਦਾ ਹੈ, ਜਿਸ ਨਾਲ ਕਿ ਪੰਜਾਬ ਸਰਕਾਰ ਤੋਂ ਵਾਧੂ ਤਨਖਾਹਾਂ ਦਾ ਅਤੇ ਆਰਥਿਕਤਾ ਵਿੱਚ ਆ ਰਹੇ ਮੰਦੇ ਤੋਂ ਬਚਣ ਦਾ ਰਾਹ ਪੱਧਰਾ ਹੁੰਦਾ ਹੈ। ਪਰ ਕਿਉਂਕਿ ਅਕਾਲੀ ਦਲ ਆਪ ਖੁਦ ਹੀ ਅਨੰਦਪੁਰ ਸਾਹਿਬ ਮਤੇ ਨਾਲ ਸਭ ਤੋਂ ਵੱਡਾ ਵਿਸਾਘਾਤੀ ਦੁਸ਼ਮਣ ਵਰਤਾਰਾ ਧਾਰ ਚੁੱਕਾ ਹੈ, ਇਸ ਲਈ ਉਹ ਇੰਜ ਕਿਉਂ ਕਰੇਗਾ। ਉਸਨੇ ਤਾਂ ਮਤੇ ਨੂੰ ਅਤੇ ਪੰਜਾਬ ਦੇ ਲੋਕਾਂ ਨੂੰ, ਵੋਟਰਾਂ ਨੂੰ ਅਤੇ ਪੰਥ ਖਾਲਸਾ ਨੂੰ, ਸਿੱਖ ਕੌਮ ਨੂੰ ਧੋਖਾ ਹੀ ਦੇਣਾ ਆਪਣਾ ਇੱਕੋ ਇੱਕ ਪ੍ਰੋਗਰਾਮ ਅਤੇ ਪਾਲਿਸੀ ਨੀਤੀ ਦਾ ਘੋਸ਼ਿਤ ਐਲਾਨਨਾਮਾ ਆਪਣੀ ਮਰੀ ਹੋਈ ਜ਼ਮੀਰ ਵਿੱਚ ਤੈਅ ਕੀਤਾ ਹੋਇਆ ਹੈ, ਜਿਸ ਧੋਖਾਧੜੀ ਤੇ ਉਹ ਪੂਰੀ ਤਨਦੇਹੀ ਨਾਲ ਤੇ ਇਮਾਨਦਾਰੀ ਨਾਲ ਕੰਮ ਕਰਦਾ ਹਮੇਸ਼ਾ ਖਰਾ ਉਤਰਦਾ ਆ ਰਿਹਾ ਹੈ। ਇਸ ਲਈ ਉਹ ਹੁਣ ਵੀ ਇਹ ਰਾਜਨੀਤਿਕ ਧੋਖਾ ਨੰਬਰ 48ਵਾਂ ਧੋਖਾ ਦੇਣ ਵੇਲੇ ਪੂਰੀ ਤਰ੍ਹਾਂ ਆਪਣੀ ਮਰੀ ਜ਼ਮੀਰ ਵਿੱਚ ਅਕਿਰਤਕੰਤਾ ਤੇ ਖਰਾ ਉਤਰਦਾ ਹੈ। 11ਵਾਂ ਅਨੰਦਪੁਰ ਸਾਹਿਬ ਦਾ ਮਤਾ ਅਕਾਲੀ ਦਲ ਵੱਲੋਂ ਪਹਿਲਾਂ ਤੋਂ ਮੁਕਾਈ ਅਤੇ ਅੰਤਮ ਤੌਰ ਤੇ ਤੈਅ ਕੀਤੀ ਜਾ ਚੁੱਕੀ ਆਪਣੀ ਸਰਕਾਰ ਦੀ ਨੀਤੀ ਦਾ ਐਲਾਨ ਆਪਣੇ ਵੱਲੋਂ ਫੈਸਲਾਕੁੰਨ ਤੌਰ ਤੇ ਇਸ ਮਤੇ ਵਿੱਚ ਸਫਾ ਨੰਬਰ 11 ਤੇ ਇਹਨਾਂ ਸ਼ਬਦਾਂ ਨਾਲ ਪੂਰੀ ਦ੍ਰਿੜਤਾ ਵਿੱਚ ਲਿਖਤਬੱਧ ਵਚਨਬੱਧਤਾ ਵਿੱਚ ਇੰਜ ਪੇਸ਼ ਕਰਦਾ ਹੈ। ਅਕਾਲੀ ਦਲ ਟਰਾਂਸਪੋਰਟ ਦੇ ਅਗਾਂਹ-ਵਧੂ ਕੌਮੀਕਰਨ ਦੀ ਪ੍ਰਤੀਗਿਆ ਕਰ ਚੁੱਕਾ ਹੈ। ਕੀਤੀ ਗਈ ਇਸ ਪ੍ਰਤੀਗਿਆ ਜਾਂ ਸਹੁੰ ਦੀ ਅਸਲ ਲਫ਼ਜ਼ਾਂ ਦੀ ਮਤੇ ਤੋਂ ਲਈ ਗਈ ਫੋਟੋ ਇੰਜ ਹੈ। 1 ਕਰੋੜ ਤੋਂ ਵੱਧ ਲਾਗਤ ਵਾਲੇ ਸਾਰੇ ਉਦਯੋਗਿਕ ਪ੍ਰੋਜੈਕਟ ਪਬਲਿਕ ਸੈਕਟਰ ਵਿੱਚ ਲਿਆਣੇ ਚਾਹੀਦੇ ਹਨ। ਅਕਾਲੀ ਦਲ ਪਰਿਵਹਨ ਟਰਾਂਸਪੋਰਟ ਤੇ ਅਗਾਂਹ-ਵਧੂ ਕੌਮੀਕਰਨ ਦੀ ਪ੍ਰਤੀਗਿਆ ਕਰ ਚੁੱਕਾ ਹੈ। ਇੱਥੇ ਲਫ਼ਜ਼ਾਂ ਨੂੰ ਮਹੱਤਵ ਦੇਣ ਦੀ ਅਤਿਅੰਤ ਲੋੜ ਹੈ। ਅਕਾਲੀ ਦਲ ਇਹ ਨਹੀਂ ਕਹਿ ਰਿਹਾ ਕਿ ਉਹ ਪਰਿਵਾਹਨ ਦਾ ਕੌਮੀਕਰਨ ਕਰੇਗਾ ਜਾਂ ਇਸ ਦੀ ਕੋਸ਼ਿਸ਼ ਕਰੇਗਾ, ਸਗੋਂ ਅਕਾਲੀ ਦਲ ਇਹ ਆਖ ਰਿਹਾ ਹੈ ਇਸ ਦੀ ਅਰਥਾਤ ਪਰਿਵਾਹਨ ਦੇ ਕੌਮੀਕਰਨ ਦੀ ਪ੍ਰਤੀਗਿਆ ਕਰ ਚੁੱਕਾ ਹੈ। ਸਾਰੇ ਸ਼ੰਕੇ ਹੀ ਖਤਮ ਕੀਤੇ ਗਏ ਹਨ। ਆਪਣੀ ਇਸ ਪ੍ਰਤੀਗਿਆ ਨੂੰ ਅਨੰਦਪੁਰ ਸਾਹਿਬ ਦਾ ਮਤਾ ਪ੍ਰਵਾਨ ਕਰਨ ਤੋਂ ਬਾਅਦ 6 ਵਾਰ ਪੰਜਾਬ ਵਿੱਚ ਆਪਣੀ ਸਰਕਾਰ ਬਣਾ ਲੈਣ ਤੋਂ ਬਾਅਦ ਅਕਾਲੀ ਦਲ ਨੇ ਕਿਵੇਂ ਪੂਰਾ ਕੀਤਾ ਹੈ, ਉਸ ਦੀ ਪ੍ਰਤੱਖ ਮਿਸਾਲ ਹੈ ਔਰਬਿਟ ਬੱਸ ਸੇਵਾ ਅਤੇ ਹੋਰ ਇੰਜ ਦੀਆਂ ਹੀ ਅਕਾਲੀ, ਕਾਂਗਰਸੀ, ਭਾਜਪਾਈ ਅਤੇ ਕਾਮਰੇਡਾਂ ਦੀਆਂ ਸਵਾਰੀ ਬੱਸ ਸੇਵਾਵਾਂ। ਪੈਪਸੂ ਰੋਡ ਟਰਾਂਸਪੋਰਟ ਅਤੇ ਪੰਜਾਬ ਰੋਡ ਟਰਾਂਸਪੋਰਟ ਦੇ ਬੁਲਾਰਿਆਂ ਮੁਤਾਬਕ ਜਿਤਨੀਆਂ ਬੱਸਾਂ ਇਹਨਾਂ ਦੋਹਾਂ ਸਰਕਾਰੀ ਅਦਾਰਿਆਂ ਦੀਆਂ ਸੜਕਾਂ ਤੇ ਚੱਲ ਰਹੀਆਂ ਹਨ, ਉਸ ਤੋਂ ਦੁੱਗਣੀਆਂ ਤਾਂ ਪਹਿਲੀ ਕਤਾਰ ਦੇ ਸਿਆਸੀ ਲੀਡਰਾਂ ਦੀਆਂ ਬਿਨਾਂ ਪਰਮਿਟ ਅਤੇ ਰੋਡ ਟੈਕਸ ਦਿੱਤੇ ਬੱਸਾਂ ਨਜਾਇਜ਼ ਤੌਰ ਤੇ ਪੰਜਾਬ ਦੀਆਂ ਸੜਕਾਂ ਤੇ ਚੱਲ ਰਹੀਆਂ ਹਨ। ਬੁਨਿਆਦੀ ਗੱਲ ਇਹ ਹੈ ਕਿ ਅਕਾਲੀ ਦਲ ਵੱਲੋਂ ਪ੍ਰਤੀਗਿਅਕ ਤੌਰ ਤੇ ਕੀਤੇ ਗਏ ਇਸ ਫੈਸਲੇ ਦਾ ਵੀ ਪੰਜਾਬ ਦੀਆਂ 6 ਅਕਾਲੀ ਸਰਕਾਰਾਂ ਨੇ ਮਾਣ ਨਹੀਂ ਰੱਖਿਆ ਤੇ ਇਸ ਪ੍ਰਤੀਗਿਆ ਦੀਆਂ ਧੱਜੀਆਂ ਉਡਾ ਕੇ ਰੱਖ ਦਿੱਤੀਆਂ ਹਨ। ਇਸ ਨੂੰ ਕਿ ਅਨੰਦਪੁਰ ਸਾਹਿਬ ਦੇ ਮਤੇ ਅਤੇ ਪੰਜਾਬ ਦੇ ਲੋਕਾਂ ਨਾਲ ਅਕਾਲੀ ਦਲ ਵੱਲੋਂ ਕੀਤਾ ਗਿਆ ਰਾਜਨੀਤਿਕ ਧੋਖਾ ਨੰਬਰ 49ਵਾਂ ਨਾ ਕਿਹਾ ਜਾਵੇ ਤਾਂ ਫਿਰ ਇਹ ਹੋਰ ਕੀ ਹੈ। ਪਾਠਕ ਜਨਾਂ ਨੂੰ ਹਾਂ ਜਾਂ ਨਾ ਵਿੱਚ ਸਿਰ ਤਾਂ ਹਿਲਾਣਾ ਹੀ ਚਾਹੀਦਾ ਹੈ। ਸਿਰਫ ਪੜ੍ਹਨ ਨਾਲ ਗੱਲ ਨਹੀਂ ਨਾ ਬਣਨੀ, ਇਸ ਤੇ ਚਿੰਤਨ ਤੋਂ ਬਾਅਦ ਉਚਿਤ ਅਮਲ ਦੀ ਵੀ ਲੋੜ ਹੈ। ਆਰਥਿਕ ਨੀਤੀ ਅਕਾਲੀ ਦਲ ਦੀ ਮੰਗ ਹੈ ਕਿ ਟੈਕਸ ਦੇ ਸਮੁੱਚੇ ਢਾਂਚੇ ਨੂੰ ਕੁਝ ਇਸ ਤਰ੍ਹਾਂ ਮੁੜ ਵਿਚਾਰਿਆ ਜਾਵੇ ਕਿ ਟੈਕਸ ਦੀ ਚੋਰੀ ਅਤੇ ਕਾਲੇ ਧਨ ਦੇ ਸਾਰੇ ਲਾਲਚ ਪੂਰੀ ਤਰ੍ਹਾਂ ਜੜੋਂ ਪੁੱਟੇ ਜਾਣ। ਅਕਾਲੀ ਦਲ ਇੱਕ ਅਜਿਹੇ ਟੈਕਸ ਸਿਸਟਮ ਦੀ ਹਮਾਇਤ ਕਰਦਾ ਹੈ ਜਿਸ ਨਾਲ ਟੈਕਸ ਦੀ ਕਾਟ ਸੁਖਾਲੀ ਅਤੇ ਆਮ ਲੋਕਾਂ ਨੂੰ ਚੱਕਰਾਂ ਵਿੱਚ ਪਾਉਣ ਵਾਲੀ ਨਾ ਹੋਵੇ। 12ਵਾਂ
ਅਨੰਦਪੁਰ ਸਾਹਿਬ ਮਤੇ ਦੇ ਪੰਨਾ ਨੰਬਰ 11, 12 ਤੇ ਦਿੱਤੀ ਆਰਥਿਕ ਨੀਤੀ ਦੇ ਮੁੱਖ ਬੰਦ ਅਧੀਨ ਦਰਜ ਪਾਲਿਸੀ ਅਨੁਸਾਰ ਅਕਾਲੀ ਦਲ ਇੱਕ ਅਜਿਹੇ ਟੈਕਸ ਸਿਸਟਮ ਦੀ ਹਮਾਇਤ ਕਰਦਾ ਹੈ ਜਿਸ ਨਾਲ ਟੈਕਸ ਦੀ ਕਾਟ ਸੁਖਾਲੀ ਅਤੇ ਆਮ ਲੋਕਾਂ ਨੂੰ ਚੱਕਰਾਂ ਵਿੱਚ ਪਾਉਣ ਵਾਲੀ ਨਾ ਹੋਵੇ। ਇਸ ਸੰਕਲਪ ਨੂੰ ਲਿਖੇ ਜਾਣ ਵੇਲੇ ਸ਼ਬਦ ਮੰਗ ਦਾ ਪ੍ਰਯੋਗ ਇਸ ਦੇ ਆਰੰਭ ਵਿੱਚ ਹੀ ਕੀਤਾ ਗਿਆ ਹੈ, ਪਰ ਮੁੱਦਾ ਸਪਸ਼ਟ ਨਹੀਂ ਕੀਤਾ ਗਿਆ ਕਿ ਇਹ ਕੇਂਦਰੀ ਟੈਕਸਾਂ ਸੰਬੰਧੀ ਹੈ ਕਿ ਰਾਜ ਸਰਕਾਰਾਂ ਦੇ ਟੈਕਸਾਂ ਸੰਬੰਧੀ। ਜਿੱਥੋਂ ਤੱਕ ਪੰਜਾਬ ਸਰਕਾਰ ਦੇ ਟੈਕਸਾਂ ਦਾ ਸੰਬੰਧ ਹੈ ਤਾਂ ਅਕਾਲੀ ਦਲ ਆਪਣੀ ਇਸ ਮੰਗ ਅਤੇ ਵਿਚਾਰਧਾਰਾ ਨਾਲ ਖੁਦ ਕੋਈ ਵੀ ਇਨਸਾਫ ਨਹੀਂ ਕਰ ਸਕਿਆ ਹੈ। ਗੁਆਂਢੀ ਰਾਜਾਂ ਨਾਲੋਂ ਸਭ ਤੋਂ ਵੱਧ ਟੈਕਸ ਪੰਜਾਬ ਰਾਜ ਵਿੱਚ ਹਨ। ਸ਼ਰਾਬ, ਹੋਟਲ, ਸੈਰ ਸਪਾਟਾ, ਬਿਜਲੀ, ਸੜਕਾਂ, ਗੱਡੀਆਂ ਦੀ ਰਜਿਸਟ੍ਰੇਸ਼ਨ, ਸੁਵਿਧਾ ਸੈਂਟਰਾਂ, ਪਾਰਕਿੰਗ, ਇੱਟਾਂ, ਰੇਤਾ, ਬਜਰੀ, ਸੀਮੈਂਟ, ਸਰੀਆ, ਜ਼ਮੀਨ ਜਾਇਦਾਦ, ਰਸੋਈ ਗੈਸ, ਰਾਸ਼ਨ ਦਾ ਸਮਾਨ ਆਦਿ ਸਭਨਾਂ ਤੇ ਪੂਰੇ ਭਾਰਤ ਵਿੱਚੋਂ ਸਭ ਤੋਂ ਜ਼ਿਆਦਾ ਟੈਕਸ ਪੰਜਾਬ ਸਰਕਾਰ ਨੇ ਲਾਏ ਹੋਏ ਹਨ। ਮੈਂ ਚੰਦ ਉਦਾਹਰਣ ਹੀ ਦਿੱਤੇ ਹਨ, ਨਹੀਂ ਤਾਂ ਦਰਜਨਾਂ ਮਦਾਂ ਅਜਿਹੀਆਂ ਹਨ ਜਿਨ੍ਹਾਂ ਤੇ ਪੰਜਾਬ ਸਰਕਾਰ ਤੀਰੇ ਟੈਕਸ ਵਸੂਲ ਰਹੀ ਹੈ। ਇੱਥੇ ਕੋਈ ਵੀ ਵਿਰੋਧੀ ਧਿਰ ਜਾਂ ਨਿਰਪੱਖ ਮੀਡੀਆ ਨਹੀਂ ਹੈ, ਸਭ ਮਾਫੀਏ ਦੀ ਲੁੱਟ ਵਿੱਚ ਸਾਂਝੇ ਹਿੱਸੇਦਾਰ ਹਨ। ਪੰਜਾਬ ਤੋਂ ਮੁੱਖ ਤੌਰ ਤੇ ਛੋਟੇ ਅਤੇ ਦਰਮਿਆਨੇ ਉਦਯੋਗ ਸਿਰਫ ਟੈਕਸਾਂ ਦੀ ਗਲਤ ਨੀਤੀ ਕਰਕੇ ਪੰਜਾਬ ਤੋਂ ਬਾਹਰ ਗੁਆਂਢੀ ਰਾਜਾਂ ਵਿੱਚ ਸ਼ਿਫਟ ਹੋ ਗਏ ਹਨ। ਸ਼ਹਿਰ ਬਟਾਲਾ ਦਾ ਦੇਗੀ ਕੰਮ, ਲੁਧਿਆਣਾ ਦੀ ਹੋਜ਼ਰੀ, ਅੰਮ੍ਰਿਤਸਰ ਦਾ ਕੱਪੜਾ ਤੇ ਕੰਬਲ ਤੋਂ ਇਲਾਵਾ ਹੋਰ ਉਦਯੋਗ, ਮੰਡੀ ਗੋਬਿੰਦਗੜ੍ਹ, ਖੰਨਾ ਆਦਿ ਵਿਚਲੇ ਉਦਯੋਗਾਂ ਦੇ ਉਜੜੇ ਤੇ ਟੱਠੇ ਸ਼ੈੱਡ ਇਸ ਦੀ ਮੂੰਹ ਬੋਲਦੀ ਤਸਵੀਰ ਹਨ। ਸੱਜਰੀ ਮਿਸਾਲ ਇੱਕ ਹੋਰ ਹੈ ਜਿਸ ਦਾ ਹਰ ਆਮ ਨਾਗਰਿਕ ਦੀ ਜੇਬ ਤੇ ਡਾਕੇ ਜਿਹਾ ਅਸਰ ਪੈਂਦਾ ਹੈ। ਪੰਜਾਬ ਸਰਕਾਰ ਗੁਆਂਢੀ ਰਾਜ ਹਰਿਆਣਾ ਦੀ ਕਾਂਗਰਸ ਸਰਕਾਰ ਤੋਂ ਪੈਟਰੋਲ ਉੱਪਰ 5 ਤੋਂ 7 ਰੁਪਏ ਤੱਕ ਵਾਧੂ ਟੈਕਸ ਲੈ ਰਹੀ ਹੈ। ਇਹ ਇਹਨਾਂ ਦੋਹਾਂ ਤੇ ਉਸ ਕੇਂਦਰ ਸਰਕਾਰ ਤੋਂ ਵੀ ਵੱਧ ਟੈਕਸ ਵਸੂਲ ਰਹੀ ਹੈ, ਜਿਸ ਤੇ ਇਹ ਮੀਡੀਆ ਵਿੱਚ ਆਏ ਦਿਨ ਲੋਕਾਂ ਤੇ ਟੈਕਸਾਂ ਦੇ ਬੋਝ ਪਾਉਣ ਦੀ ਗੱਲ ਕਰਦੀ ਹੈ। ਜਦ ਕਿ ਆਪਣੀ ਲਿਖਤ ਵਚਨਬੱਧਤਾ ਵਿੱਚ ਅਕਾਲੀ ਇਹ ਆਖਦੇ ਹਨ ਕਿ ਉਹ ਗਰੀਬਾਂ ਤੇ ਆਮ ਲੋਕਾਂ ਨੂੰ ਸਕੂਨ ਦੇਣ ਵਾਲੀ ਟੈਕਸ ਪ੍ਰਣਾਲੀ ਅਪਣਾਉਣਾ ਚਾਹੁੰਦੇ ਹਨ। ਪੈਟਰੋਲ ਤੇ ਵੱਧ ਟੈਕਸ ਦਾ ਸਭ ਤੋਂ ਜ਼ਿਆਦਾ ਅਸਰ ਗਰੀਬ ਵਰਗ ਤੇ ਹੀ ਹੈ, ਕਿਉਂਕਿ ਉਹਨਾਂ ਪਾਸ ਦੁਪਹੀਆ ਵਾਹਨ ਹਨ ਤੇ ਉਹ ਸਾਰੇ ਹੀ ਪੈਟਰੋਲ ਨਾਲ ਚੱਲਦੇ ਹਨ। ਇਹ ਹੈ ਵਾਅਦਾ ਖਿਲਾਫੀ ਦਾ ਮੱਕਾਰੀ ਭਰਪੂਰ ਰਾਜਨੀਤਕ ਧੋਖਾ ਨੰਬਰ 50, ਜਿਸ ਦਾ ਸਿੱਧਾ ਅਸਰ ਆਮ ਲੋਕਾਂ ਅਤੇ ਮਿਹਨਤਕਸ਼ ਮਜ਼ਦੂਰਾਂ ਦੇ ਰੋਜ਼ਗਾਰ ਅਤੇ ਖਰੀਦ ਸ਼ਕਤੀ ਤੇ ਜੀਵਨ ਢੰਗ ਤੇ ਪੈ ਰਿਹਾ ਹੈ। 13ਵਾਂ, ਅਕਾਲੀ ਦਲ ਇਹ ਸੰਕਲਪ ਕਰਦਾ ਹੈ ਕਿ ਜਾਂ ਤਾਂ ਸੰਪੂਰਨ ਰੋਜ਼ਗਾਰ ਹੋਵੇ ਜਾਂ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇ। ਅਨੰਦਪੁਰ ਸਾਹਿਬ ਦੇ ਮਤੇ ਵਿੱਚ ਸਿਰਲੇਖ ਬੇਰੁਜ਼ਗਾਰੀ ਅਧੀਨ ਬੜਾ ਸਪਸ਼ਟ ਸਟੈਂਡ ਘੋਸ਼ਿਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਅਕਾਲੀ ਦਲ ਨੇ ਅਨੰਦਪੁਰ ਸਾਹਿਬ ਦੇ ਮਤੇ ਵਿੱਚ ਵਿਸ਼ੇਸ਼ ਤੌਰ ਤੇ ਅੱਡ ਤੋਂ ਇੱਕ ਸਲੋਗਨ ਵੀ ਦਿੱਤਾ ਹੈ, ਜਿਹੜਾ ਅਕਾਲੀ ਦਲ ਆਪਣਾ ਨਿਸ਼ਾਨਾ ਹਰ ਵੇਲੇ ਨੂੰ ਰੁਜ਼ਗਾਰ ਤੇ ਲਾਉਣਾ ਦੱਸਦਾ ਇਸ ਪ੍ਰਤੀ ਵਚਨ ਪ੍ਰਤੀਗਿਆ ਦਿੰਦਾ ਹੈ। ਉਹੀ ਅਕਾਲੀ ਸਰਕਾਰ ਹਰ ਜੱਟ ਜ਼ਿਮੀਂਦਾਰ ਦੀ ਨੌਜਵਾਨ ਪੀੜ੍ਹੀ ਨੂੰ ਸ਼ਰਾਬੀ, ਨਸ਼ਈ ਅਤੇ ਵੇਲੜ ਅਤੇ ਅਨਪੜ੍ਹ ਜਾਂ ਘੱਟ ਪੜ੍ਹੀ ਲਿਖੀ ਆਪ ਬਣਾ ਚੁੱਕੀ ਹੈ। ਕੀ ਮੈਂ ਗਲਤ ਕਹਿ ਰਿਹਾ ਹਾਂ? 1973 ਦੇ ਕਰੰਸੀ ਅਤੇ ਮੁੱਲ ਸੂਚਕ ਅੰਕ ਦੇ ਆਧਾਰ ਤੇ ਕੀਤੇ ਇਸ ਵਾਅਦੇ ਨੂੰ ਅਕਾਲੀ ਦਲ ਵਰਤਮਾਨ ਮਹਿੰਗਾਈ ਸੂਚਕ ਅੰਕ ਦੇ ਹਿਸਾਬ ਨਾਲ ਸੋਧ ਕੇ ਲਾਗੂ ਕਿਉਂ ਨਹੀਂ ਕਰਦੀ? ਸਰਕਾਰ ਤਾਂ ਖੁਦ ਆਪਣੇ ਅਦਾਰਿਆਂ ਦੀਆਂ ਪੱਕੀਆਂ ਨੌਕਰੀਆਂ ਹੀ ਬੰਦ ਕਰ ਚੁੱਕੀ ਹੈ ਤੇ ਠੇਕੇਦਾਰੀ ਪ੍ਰਥਾ ਲਾਗੂ ਕਰ ਚੁੱਕੀ ਹੈ। ਉਪ ਮੁੱਖ ਮੰਤਰੀ ਸ਼੍ਰੀ ਸੁਖਬੀਰ ਸਿੰਘ ਬਾਦਲ ਦੀ ਭਵਿੱਖਤ ਪੰਜਾਬ ਦੇ ਵਿਜ਼ਨ ਦੀ ਅਤੇ ਪ੍ਰਸ਼ਾਸਕੀ ਸੁਧਾਰਾਂ ਦੀ ਪਹੁੰਚ ਹੀ ਇਹੋ ਬਣ ਚੁੱਕੀ ਹੈ, ਜਿਸ ਦੇ ਸਬੂਤ ਹਨ ਹਰ ਜ਼ਿਲ੍ਹੇ ਵਿਚਲੇ ਸੁਵਿਧਾ ਕੇਂਦਰ। ਕਿ ਸ਼ਰਾਬ ਅਤੇ ਨਸ਼ਿਆਂ ਵਿੱਚ ਟੁੰਨ ਕਰਵਾ ਦਿੱਤੀ ਗਈ ਭਾਰਤ ਵਿੱਚ ਸਭ ਤੋਂ ਜ਼ਿਆਦਾ ਵਿਹਲੜ ਅਤੇ ਬੇਰੁਜ਼ਗਾਰ ਪੜ੍ਹੇ ਲਿਖੇ ਨੌਜਵਾਨੀ ਦੇ ਮਾਪਿਆਂ ਨੂੰ, ਜੋ ਖੁਦ ਅਕਾਲੀ ਵੀ ਹਨ, ਆਪਣੇ ਲੀਡਰਾਂ ਤੋਂ ਇਹ ਨਹੀਂ ਪੁੱਛਣਾ ਚਾਹੀਦਾ ਕਿ ਇਤਨੀ ਸਪਸ਼ਟ ਅਤੇ ਸਿੱਧੀ ਧੋਖਾਧੜੀ ਵਾਲੀ ਰਾਜਨੀਤਿਕ ਧੋਖਾ ਨੰਬਰ 51 ਬਣਦੀ ਇਹ ਗੱਦਾਰੀ ਤੁਸੀਂ ਆਪਣੇ ਹੀ ਸੰਕਲਪ ਅਤੇ ਅਨੰਦਪੁਰ ਸਾਹਿਬ ਦੇ ਮਤੇ ਨਾਲ ਕਿਉਂ ਕੀਤੀ ਹੈ? ਸਬੂਤ ਅਤੇ ਗਵਾਹੀ ਪਾਠਕੋਂ ਤੁਹਾਡੇ ਹੱਥ ਵਿੱਚ ਹੈ। ਜਵਾਬ ਲੈਣਾ ਤੇ ਲੀਡਰਾਂ ਤੇ ਦਲਾਂ ਪਾਸੋਂ ਕੀਤੇ ਵਾਅਦੇ ਪੂਰੇ ਕਰਵਾਉਣਾ ਸਭ ਵੋਟਰਾਂ ਦਾ ਸੰਵਿਧਾਨਕ, ਵਿਧਾਨਕ, ਕਾਨੂੰਨੀ ਅਤੇ ਲੋਕਤੰਤਰੀ ਹੱਕ ਹੈ। ਜੇ ਵੋਟਰ ਆਪਣੀ ਹੀ ਚੁਣੀ ਅਤੇ ਆਪਣੀ ਹੀ ਟੈਕਸ ਦਿੱਤੀ ਮਾਇਆ ਰਾਹੀਂ ਚੱਲਦੀ ਸਰਕਾਰ ਤੋਂ ਕੀਤੇ ਵਾਅਦੇ ਪੂਰੇ ਨਹੀਂ ਕਰਵਾ ਸਕਦੇ ਤਾਂ ਫਿਰ ਉਹ ਸੱਤਾ ਦੇ ਬੁੱਚੜਖਾਨੇ ਵਿੱਚ ਪ੍ਰਸ਼ਾਸਕੀ ਕਸਾਈਆਂ ਤੋਂ ਜਬਾ ਹੁੰਦੇ ਹੀ ਰਹਿਣਗੇ।
ਮੁਫਤਖੋਰੀ ਸਮਾਜ ਨੂੰ ਨਪੁੰਸਕ ਵੋਟਰਾਂ ਦੀ ਇਹੋ ਹੁਣੀ ਬਣਾ ਕੇ ਦੇ ਜਾਂਦੀ ਹੈ। ਜਿਹੜੀਆਂ ਕੌਮਾਂ ਅਜਿਹੀ ਵਿਵਸਥਾ ਅਤੇ ਪ੍ਰਣਾਲੀ ਨੂੰ ਮੁਫਤਖੋਰੀ ਦੇ ਲਾਲਚ ਵਿੱਚੋਂ ਪ੍ਰੋਤਸਾਹਿਤ ਕਰਦੀਆਂ ਹਨ, ਉਹਨਾਂ ਦੇ ਵਿਹੜੇ ਸੂੰਝੇ ਤੇ ਕੁੱਖ ਬਾਂਝ ਬਣ ਜਾਂਦੀ ਹੈ। ਅੱਜ ਅਸੀਂ ਇਹ ਕਿਤਾਬ ਪੰਨਾ ਨੰਬਰ 120 ਤੱਕ ਹੀ ਪੜ੍ਹਾਂਗੇ। ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।